ਸਾਂਝਾ ਟੀਵੀ ਦੇਖ ਰਹੇ ਸਾਰੇ ਹੀ ਪਰਿਵਾਰਾਂ ਨੂੰ ਬਲਜਿੰਦਰ ਕੌਰ ਵੱਲੋਂ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਤੁਹਾਨੂੰ ਸਾਡੀ ਖਾਸ ਮੁਲਾਕਾਤ ਵਿੱਚ। ਤੇ ਜਦੋਂ ਅਸੀਂ ਖਾਸ ਮੁਲਾਕਾਤ ਦੀ ਗੱਲ ਕਰਦੇ ਹਾਂ ਤੇ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਮੈਂ ਬੇਸ਼ੱਕ ਉਹ ਸਾਡਾ ਆਪਣਾ ਸ਼ਹਿਰ ਹੋਵੇ ਤੇ ਬੇਸ਼ੱਕ ਸਾਡਾ ਗਵਾਂਢੀ ਮੁਲਕ USA ਦੀ ਧਰਤੀ ਹੋਵੇ ਤੇ ਕਿਸੇ ਵੀ ਪੰਜਾਬ ਦੀ ਗੱਲ ਕਰ ਲਈਏ, ਕਿਸੇ ਵੀ ਮੁਲਕ ਤੋਂ, ਕਿਸੇ ਵੀ ਸ਼ਹਿਰ ਤੋਂ ਮੈਂ ਹਮੇਸ਼ਾ ਹੀ ਸ਼ਖਸੀਅਤਾਂ ਨੂੰ ਤੁਹਾਡੇ ਰੂਬਰੂ ਲੈ ਕੇ ਆਉਂਦੀ ਹਾਂ। ਤੇ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਅਸੀਂ ਸਾਡੇ ਸਮਾਜ ਦੇ ਵਿੱਚ, ਸਾਡੇ ਆਲੇ ਦੁਆਲੇ ਦੇ ਵਿੱਚ ਕੀ ਹੋ ਰਿਹਾ, ਕੋਈ ਚੰਗੀ ਇਨਫੋਰਮੇਸ਼ਨ ਤੁਹਾਡੇ ਤੱਕ ਲੈ ਕੇ ਆਈਏ, ਕੁਝ ਵੀ ਹੋ ਰਿਹਾ ਤੇ ਅਸੀਂ ਤੁਹਾਡੇ ਨਾਲ ਡਿਸਕਸ ਕਰੀਏ। ਪਰ ਕਈ ਵਾਰੀ ਕੁਝ ਇਹੋ ਜਿਹੀਆਂ ਗੱਲਾਂ ਸਾਡੇ ਸਾਹਮਣੇ ਆਉਂਦੀਆਂ ਆ ਜਿਨ੍ਹਾਂ ਨੂੰ ਕਿਤੇ ਨਾ ਕਿਤੇ ਮੀਡੀਆ ਦੇ ਵਿੱਚ ਲੈ ਕੇ ਆਉਣਾ ਵੀ ਸਾਡਾ ਫਰਜ਼ ਬਣਦਾ ਕਿ ਅਕਸਰ ਹੋਇਆ ਕਿਉਂ ਤੇ ਕਾਰਨ ਕੀ ਸੀ ਕਿ ਇੱਕ ਇਨਸਾਨ ਜੋ ਕਿ ਇੱਕ ਚੰਗੇ ਕਾਰਜ ਦੇ ਲਈ, ਇੱਕ ਗੁਰਦੁਆਰਾ ਸਾਹਿਬ ਦੀ ਮਦਦ ਦੇ ਲਈ ਅੱਗੇ ਵੱਧ ਕੇ ਆਇਆ ਤੇ ਫਿਰ ਹੁਣ ਉਹ ਜਿਹੜਾ ਇਸ ਗੱਲ ਨੂੰ ਲੈ ਕੇ ਕੋਰਟਾਂ ਕਚਹਿਰੀਆਂ ਤੱਕ ਜਿਹੜਾ ਹੁਣ ਉਹ ਖੱਜਲ ਖੁਆਰੀ ਉਹਨਾਂ ਦੀ ਹੋ ਰਹੀ ਹੈਗੀ ਆ। ਆਖਰ ਇਹ ਮਾਮਲਾ ਕੀ ਆ? ਸੋ ਅੱਜ ਅਸੀਂ ਗੱਲਬਾਤ ਕਰਨ ਦੇ ਲਈ ਸੈਂਡੀਐਗੋ ਤੋਂ ਸਾਡੇ ਨਾਲ ਇਕਬਾਲ ਸਿੰਘ ਬਰਾੜ ਨੇ ਔਰ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ। ਸੋ ਇਕਬਾਲ ਜੀ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਤੁਹਾਨੂੰ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਭੈਣ ਜੀ, ਥੈਂਕ ਯੂ ਜੀ, ਮੈਨੂੰ ਬੁਲਾਉਣ ਵਾਸਤੇ ਬਹੁਤ ਧੰਨਵਾਦ ਜੀ। ਧੰਨਵਾਦ ਜੀ, ਤੁਸੀਂ ਸੈਂਡੀਐਗੋ ਤੋਂ ਅੱਜ ਸਾਡੇ ਨਾਲ ਜੁਆਇਨ ਕੀਤਾ ਸਾਂਝਾ ਟੀਵੀ ਤੇ ਮੈਂ ਤੁਹਾਨੂੰ ਜਾਣਨਾ ਚਾਹੂੰਗੀ ਕਿ ਅੱਜ ਅਸੀਂ ਗੱਲਬਾਤ ਕਰਨੀ ਆ ਗੁਰਦੁਆਰਾ ਜਿਹੜਾ ਗੁਰੂ ਨਾਨਕ ਪ੍ਰਕਾਸ਼ ਫਰੈਜ਼ਨੋ ਦੇ ਵਿੱਚ ਗੁਰਦੁਆਰਾ ਸਾਹਿਬ ਆ, ਉਹਦੀ ਗੱਲਬਾਤ ਕਰਨੀ ਆ। ਪਰ ਤੁਸੀਂ ਸੈਂਡੀਐਗੋ 'ਚ ਰਹਿੰਦੇ ਹੋ, ਤਕਰੀਬਨ ਮੇਰੇ ਖਿਆਲ 'ਚ ਕਾਫੀ ਦੂਰ ਆ ਇਹ ਜਿਹੜਾ ਸੈਂਡੀਐਗੋ ਤੋਂ ਫਰੈਜ਼ਨੋ ਦਾ ਗੁਰਦੁਆਰਾ ਸਾਹਿਬ। ਸੋ ਮੈਂ ਜਾਣਨਾ ਚਾਹੂੰਗੀ ਕਿ ਸ਼ੁਰੂਆਤ ਤੋਂ ਤੁਸੀਂ ਸਾਨੂੰ ਦੱਸੋ ਕਿ ਤੁਸੀਂ ਫਰੈਜ਼ਨੋ 'ਚ ਪਹਿਲਾਂ ਰਹਿੰਦੇ ਸੀ ਕਿ ਜਾਂ ਤੁਸੀਂ ਸੈਂਡੀਐਗੋ ਤੋਂ ਹੀ ਗੁਰਦੁਆਰਾ ਸਾਹਿਬ ਜਾਣਾ ਸ਼ੁਰੂ ਕੀਤਾ ਸੀ? ਨਹੀਂ ਭੈਣ ਜੀ, ਅਸੀਂ ਨਾ ਸੈਂਡੀਐਗੋ ਹੀ ਰਹਿੰਦੇ ਸੀਗੇ ਤੇ ਇਹ ਜਦੋਂ ਅਸਥਾਨ ਇੱਥੇ ਸੰਤ ਬਾਬਾ ਹਰਨਾਮ ਸਿੰਘ ਜੀ ਤੇ ਸੰਤ ਬਾਬਾ ਧਰਮ ਸਿੰਘ ਜੀ ਇੱਥੇ ਇੰਡੀਆ ਤੋਂ ਆਏ ਤੇ ਇੱਥੇ ਉਹਨਾਂ ਨੇ ਆ ਕੇ ਮੂਵ ਹੋਏ ਤਾਂ ਬਾਬਾ ਹਰਨਾਮ ਸਿੰਘ ਹੋਣਾ, ਮੈਂ ਉਹਨਾਂ ਨੂੰ ਪਿੱਛੋਂ ਜਾਣਦਾ ਸੀਗਾ ਇੰਡੀਆ ਤੋਂ ਤੇ ਉਹਨਾਂ ਨੇ ਮੇਰੇ ਨਾਲ ਸੰਪਰਕ ਕੀਤਾ ਤੇ ਫਿਰ ਉਹਨਾਂ ਨੇ ਮੈਨੂੰ ਉੱਥੇ ਬੁਲਾਇਆ, ਇਨਵਾਈਟ ਕੀਤਾ ਵੀ ਤੁਸੀਂ ਇੱਥੇ ਸਾਡੇ ਕੋਲ ਆਇਆ ਕਰੋ। ਪਹਿਲਾਂ ਟ੍ਰਿਸਟੀ ਸਥਾਨ ਹੁੰਦਾ ਸੀ ਉਹਨਾਂ ਦਾ ਜੀ, ਉਹ ਅਜੇ ਵੀ ਸਟਿਲ ਹੈਗਾ ਤੇ ਫਿਰ ਉਹਨਾਂ ਨੇ ਫਰੈਜ਼ਨੋ ਜਦੋਂ ਬਣਾਉਣਾ ਸ਼ੁਰੂ ਕੀਤਾ, ਫਰੈਜ਼ਨੋ ਆਉਣ ਲੱਗੇ ਤੇ ਫਿਰ ਮੈਨੂੰ ਉੱਥੇ ਉਹਨਾਂ ਨੇ ਕਿਹਾ ਵੀ ਇੱਥੇ ਆਇਆ ਕਰੋ ਤੁਸੀਂ, ਤੇ ਅਸੀਂ ਇਸ ਤਰ੍ਹਾਂ ਮਿਲਣ ਗਿਲਣ ਲੱਗੇ। ਉਹ ਸਾਡੇ ਕੋਲ ਵੀ ਇੱਥੇ ਸੈਂਡੀਐਗੋ ਆ ਜਾਂਦੇ ਹੁੰਦੇ ਸੀਗੇ ਤੇ ਅਸੀਂ ਵੀ ਜਦੋਂ ਵੀ ਸਾਡਾ ਟਾਈਮ ਲੱਗਣਾ ਸੀ ਫਰੈਜ਼ਨੋ, ਇਹ ਅਰਾਊਂਡ 2009 ਜਾਂ 2010 ਤੋਂ ਅਸੀਂ ਇਸ ਤਰ੍ਹਾਂ ਸੰਪਰਕ 'ਚ ਆਏ ਤੇ ਜਾਣਾ ਆਉਣਾ ਸ਼ੁਰੂ ਕੀਤਾ ਜੀ ਫਰੈਜ਼ਨੋ। ਉੱਥੇ ਉਦੋਂ ਗੁਰੂ ਘਰ ਨਹੀਂ ਹੁੰਦਾ ਸੀ, ਮੋਬਾਈਲ ਹੋਮ ਦੇ ਵਿੱਚ ਗੁਰੂ ਘਰ ਲੱਗਦਾ ਸੀ ਜੀ ਇਹ ਜੀ। ਤੇ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਸੈਂਡੀਐਗੋ ਤੋਂ ਤੁਸੀਂ ਫਰੈਜ਼ਨੋ ਸ਼ਹਿਰ ਜਾਂਦੇ ਸੀ, ਇਹ ਟਕਸਾਲ ਦਾ ਗੁਰਦੁਆਰਾ ਸਾਹਿਬ ਹੈਗਾ, ਕਿ ਤੁਹਾਡੀ ਕੋਈ ਮੈਨੇਜਮੈਂਟ ਦੇ ਇਨਵੋਲਵਮੈਂਟ ਸੀਗੀ ਮੈਨੇਜਮੈਂਟ ਦੇ ਵਿੱਚ ਕਿ ਜਾਂ ਤੁਸੀਂ ਵੈਸੇ ਹੀ ਜਾਂਦੇ ਸੀ, ਇੱਕ ਸ਼ਰਧਾਲੂ ਦੇ ਤੌਰ ਤੇ ਗੁਰਦੁਆਰਾ ਸਾਹਿਬ ਜਾਂਦੇ ਸੀ? ਭੈਣ ਜੀ, ਅਸੀਂ ਸਿਰਫ ਸ਼ਰਧਾਲੂ ਦੇ ਤੌਰ ਤੇ ਜਾਂਦੇ ਸੀ। ਇਸ ਤਰ੍ਹਾਂ ਦੀ ਕਦੇ ਦਿਮਾਗ ਦੇ ਵਿੱਚ ਕੋਈ ਗੱਲ ਨਹੀਂ ਆਈ ਸੀ ਵੀ ਅਸੀਂ ਉੱਥੇ ਕੋਈ ਮੈਨੇਜਮੈਂਟ 'ਚ ਆਉਣਾ ਹੈਗਾ। ਜੋ ਸਿਰਫ ਡਿਵੋਟੀ ਜਾਂ ਇਸ ਤਰ੍ਹਾਂ ਮਨ 'ਚ ਹੁੰਦਾ ਸੀਗਾ ਵੀ ਜਿਸ ਤਰ੍ਹਾਂ ਅੱਜ ਕੱਲ੍ਹ ਆਮ ਗੁਰੂ ਘਰਾਂ ਦੇ ਵਿੱਚ ਕੁਰਸੀਆਂ ਦਾ ਰੌਲਾ ਜਾਂ ਹੋਰ ਝਗੜਾ, ਇਸ ਤਰ੍ਹਾਂ ਦੇ ਅਸੀਂ ਸੋਚਦੇ ਸੀ ਸਾਡੇ ਬੱਚਿਆਂ ਨੂੰ ਇਹ ਗੱਲਾਂ ਤੋਂ ਅਸੀਂ ਦੂਰ ਰੱਖਿਆ ਜਾਵੇ, ਬੱਚਿਆਂ ਨੂੰ ਚੰਗੀ ਸਿੱਖਿਆ ਦਿੱਤੀ ਜਾਵੇ। ਤੇ ਅਸੀਂ ਉੱਥੇ ਜਦੋਂ ਵੀ ਸਾਡਾ ਮਹੀਨੇ ਬਾਅਦ ਜਾਂ 2 ਮਹੀਨੇ ਬਾਅਦ ਜਾਂ ਕਿਤੇ ਸਾਡਾ ਅਸੀਂ ਜਾਂਦਾ ਸੀ, ਸਿਰਫ ਬੀਇੰਗ ਸ਼ਰਧਾਲੂ ਜਾਂਦੇ ਸੀ, ਕੋਈ ਸਾਡੀ ਇਸ ਤਰ੍ਹਾਂ ਦੀ ਇਨਵੋਲਵਮੈਂਟ ਨਹੀਂ ਸੀ ਉਹਦੇ ਵਿੱਚ ਜੀ। ਤੇ ਇਹ ਜਿਹੜੀ ਹੁਣ ਇੱਕ ਚੱਲਦੀ ਹੈਗੀ ਆ ਤੁਹਾਡੀ ਗੁਰਦੁਆਰਾ ਸਾਹਿਬ ਦੇ ਨਾਲ, ਹੁਣ ਰੀਸੈਂਟਲੀ ਜਿਹੜੀ ਇੱਕ ਕੇਸ ਕੋਰਟ ਦੇ ਵਿੱਚ ਗਿਆ, ਮੈਂ ਜਾਣਨਾ ਚਾਹੂੰਗੀ ਕਿ ਇਹ ਗੱਲ ਸ਼ੁਰੂਆਤ ਕਿੱਥੋਂ ਹੋਈ ਸੀ? ਇੱਕ ਪ੍ਰਾਪਰਟੀ ਦਾ, ਇੱਕ ਘਰ ਦਾ ਮਾਮਲਾ ਜਿਹੜਾ ਗੁਰਦੁਆਰਾ ਸਾਹਿਬ ਦਾ ਤੇ ਡਾਕਟਰ ਬੂਟਾ ਸਿੰਘ ਚਹਿਲ ਆ ਉਹਨਾਂ ਦੇ ਉੱਤੇ ਤੁਸੀਂ ਇੱਕ ਕੋਰਟ ਦੇ ਵਿੱਚ ਮੁਕੱਦਮਾ ਕੀਤਾ, ਪਰ ਇਸ ਦੀ ਸ਼ੁਰੂਆਤ ਕਿੱਥੋਂ ਹੋਈ ਸੀ? ਕੀ ਕਾਰਨ ਸੀ? ਕਿਹੜੀ ਗੁਰਦੁਆਰਾ ਸਾਹਿਬ ਦੀ ਪ੍ਰਾਪਰਟੀ ਦੇ ਵਿੱਚ ਤੁਹਾਡੀ ਇਨਵੋਲਵਮੈਂਟ ਸੀ? ਮੈਨੂੰ ਥੋੜਾ ਜਿਹਾ ਡੀਟੇਲ ਦੇ ਵਿੱਚ ਸ਼ੁਰੂ ਤੋਂ ਦੱਸੋ ਜੀ ਸਾਨੂੰ। ਭੈਣ ਜੀ, ਜਦੋਂ ਉੱਥੇ ਅਸੀਂ ਗੁਰੂ ਘਰ ਜਾਂਦੇ ਸੀ ਤਾਂ ਉੱਥੇ ਹੌਲੀ ਹੌਲੀ ਜਿਹੜੀ ਲੋਕਲ ਸੰਗਤ ਸੀ ਸਾਡੇ ਵਾਕਿਫ ਹੋਣੇ ਸ਼ੁਰੂ ਹੋ ਗਏ। ਡਾਕਟਰ ਬੂਟਾ ਸਿੰਘ ਉਸ ਵੇਲੇ ਜਿਹੜਾ ਇਹ ਗੁਰਦੁਆਰਾ ਸਾਹਿਬ ਸੀਗੇ ਉਹਦੇ ਮਤਲਬ ਕਰਤਾ ਧਰਤਾ ਸੀ, ਉਹੀ ਸਾਰਾ ਕੁਛ ਕਰਦੇ ਸੀ। ਤੇ ਇਹ 2016 ਦੇ ਵਿੱਚ ਅਸੀਂ ਉੱਥੇ ਗਏ ਤਾਂ ਸਾਨੂੰ ਡਾਕਟਰ ਸਾਹਿਬ ਨੇ ਦੱਸਿਆ ਵੀ ਇਹ ਗੁਰਦੁਆਰਾ ਸਾਹਿਬ ਦੇ ਨਾਲ ਲੱਗਦਾ ਘਰ ਸੇਲ ਤੇ ਲੱਗਿਆ ਹੋਇਆ, ਅਸੀਂ ਗੁਰਦੁਆਰਾ ਸਾਹਿਬ ਵਾਸਤੇ ਲੈਣਾ ਮੰਗਦੇ ਹਾਂ। ਤੇ ਜਿਹੜੇ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਮੋਬਾਈਲ ਹੋਮ ਰੱਖਿਆ ਹੋਇਆ ਸੀਗਾ ਜੀ, ਇਹਨਾਂ ਨੇ ਕਹਿੰਦੇ ਜਿਹਦੇ ਤੇ ਵਾਇਓਲੇਸ਼ਨਸ ਨੇ ਸਿਟੀ ਕਦੇ ਵੀ ਚੁਕਾ ਸਕਦੀ ਆ, ਵੀ ਸਰਾਊਂਡਿੰਗ ਏਰੀਆ 'ਚ ਕੋਈ ਘਰ ਨਹੀਂ ਹੈਗਾ ਤੇ ਸਾਨੂੰ ਬੜੀ ਪ੍ਰੋਬਲਮ ਆਊਗੀ, ਵੀ ਤੁਸੀਂ ਇਹ ਘਰ ਨੂੰ ਦੇਖ ਕੇ ਆਓ, ਜੇ ਠੀਕ ਲੱਗਦਾ ਤੇ ਆਪਾਂ ਇਹਨੂੰ ਗੁਰੂ ਘਰ ਵਾਸਤੇ ਲੈ ਲਈਏ ਜੀ। ਤੇ ਉੱਥੇ ਡਾਕਟਰ ਸਾਹਿਬ ਨੇ ਇੱਕ ਉੱਥੇ ਸੀਗੇ ਸਰਦਾਰ ਬਲਵੀਰ ਸਿੰਘ ਖੋਸਾ, ਜਿਹੜੇ ਉਹਨਾਂ ਦੇ ਬ੍ਰਦਰ ਇਨ ਲਾ ਵੀ ਨੇ, ਤੇ ਉਹਨਾਂ ਨੂੰ ਮੇਰੇ ਨਾਲ ਭੇਜ ਦਿੱਤਾ। ਕਹਿੰਦੇ ਜੀ ਤੁਸੀਂ ਵੀ ਇਹਨੂੰ ਬਲਵੀਰ ਸਿੰਘ ਨੂੰ ਨਾਲ ਲੈ ਕੇ ਜਾਓ, ਤੁਸੀਂ ਘਰ ਦੇਖ ਕੇ ਆਓ। ਅਸੀਂ ਘਰ ਦੇਖ ਕੇ ਆਏ
ਘਰ ਬੜਾ ਸੋਹਣਾ ਕਸਟਮ ਘਰ ਬਣਿਆ ਸੀ, ਗੁਰਦੁਆਰਾ ਸਾਹਿਬ ਤੋਂ ਨਾਲ ਲੱਗਦਾ, ਬਿਲਕੁਲ ਇੱਕ ਏਕੜ ਥਾਂ ਹੀ ਆ ਵਿਚਾਲੇ ਜੀ, ਜਾਣੀ ਉਹੀ ਇੱਕੋ ਹੀ ਪ੍ਰਾਪਰਟੀ ਦੇ ਵਿੱਚ ਘਰ ਬਣਿਆ ਜੀ। ਤੇ ਅਸੀਂ ਆ ਕੇ ਡਾਕਟਰ ਸਾਹਿਬ ਨੂੰ ਦੱਸਿਆ ਵੀ ਘਰ ਬੜਾ ਸੋਹਣਾ ਜੀ, ਹਨਾ, ਵੀ ਕਸਟਮ ਘਰ ਹੈ, 2 ਏਕੜ ਥਾਂ, ਬੜੀ ਸਾਰੀ ਸ਼ੈੱਡ ਬਣੀ ਹੈ। ਉਹ ਜਿਸ ਤਰ੍ਹਾਂ ਉਹਨਾਂ ਦੇ ਬ੍ਰਦਰ ਇਨ ਲਾ ਨੇ ਉਹਨਾਂ ਨੂੰ ਐਕਸਪਲੇਨ ਕੀਤਾ ਵੀ ਬੜੀ ਵੱਡੀ ਸ਼ੈੱਡ ਆ, ਆਪਾਂ ਨੂੰ ਸਟੋਰੇਜ ਪ੍ਰੋਬਲਮ ਆਪਣੀ ਸੋਲਵ ਹੋ ਜਾਊਗੀ। ਤੇ ਬਸ ਜੀ ਇੰਨੀ ਗੱਲ ਹੋਈ ਤੇ ਅਸੀਂ ਉੱਥੇ 2 ਦਿਨ ਰਹਿਣ ਤੋਂ ਬਾਅਦ ਅਸੀਂ ਆਪਣਾ ਵਾਪਸ ਆ ਗਏ ਸੈਂਡੀਏਗੋ ਨੂੰ ਜੀ। ਤੇ ਜੀ ਮੁੜ ਕੇ ਡਾਕਟਰ ਸਾਹਿਬ ਨੇ ਮੈਨੂੰ ਕਾਲ ਕੀਤਾ, ਕਹਿੰਦੇ ਵੀ ਆਪਾਂ ਉਹ ਘਰ ਲੈਣਾ। ਮੈਂ ਕਿਹਾ ਜੀ ਠੀਕ ਆ, ਲੈ ਲਓ, ਮੈਂ ਸੈਂਡੀਏਗੋ ਦੇ ਵਿੱਚ ਰੀਅਲ ਸਟੇਟ ਕਰਦਾ। ਤੇ ਉਹਨਾਂ ਨੇ ਇਸ ਕਰਕੇ ਮੈਨੂੰ ਸ਼ਾਇਦ ਇਨਵੋਲਵ ਕਰਨਾ ਠੀਕ ਸਮਝਿਆ। ਮੈਂ ਕਿਹਾ ਜੀ ਠੀਕ ਆ, ਲੈ ਲਓ, ਜਿਸ ਤਰ੍ਹਾਂ ਵੀ ਤੁਹਾਡੀ ਇੱਛਾ ਹੈਗੀ ਆ। ਤੇ ਕਹਿੰਦੇ ਜੀ ਤੁਸੀਂ ਕਦੋਂ ਆਉਣਾ ਫਰਿਜ਼ਨੋ ਨੂੰ? ਮੈਂ ਕਿਹਾ ਜੀ ਅਜੇ ਤਾਂ ਕੋਈ ਪਲਾਨ ਨਹੀਂ ਹੈਗੀ। ਐਨੀਵੇ ਅਸੀਂ ਉੱਥੇ ਗਏ ਜੀ, ਫਰਿਜ਼ਨੋ ਚਲੇ ਗਏ। ਤੇ ਕਹਿੰਦੇ ਜੀ ਤੁਸੀਂ ਘਰ ਲਓ ਇਹ। ਮੈਂ ਕਿਹਾ ਠੀਕ ਹੈ ਜੀ, ਦੱਸੋ। ਮੈਂ ਕਿਹਾ ਕਿਹਦੇ ਨਾਂ ਤੇ ਲਈਏ? ਤੇ ਕਹਿੰਦੇ ਤੁਸੀਂ ਦੇਖੋ ਵੀ ਕੋਈ ਬੰਦਾ ਜਿਹਦੇ। ਮੈਂ ਕਿਹਾ ਜੀ ਤੁਸੀਂ ਦੱਸੋ, ਤੁਸੀਂ ਜਾਣਦੇ ਲੋਕਲ ਬੰਦਿਆਂ ਨੂੰ, ਹਨਾ। ਤੇ ਉਹ ਥੋੜਾ ਚਿਰ ਸੋਚ ਸਾਚ ਕੇ ਕਹਿੰਦੇ ਵੀ ਸਾਡੇ ਕੋਲ ਤਾਂ ਕੋਈ ਬੰਦਾ ਹੈ ਨਹੀਂ ਗਾ, ਤੁਸੀਂ ਕੋਈ ਦੇਖੋ ਬੰਦਾ, ਜਾਂ ਤੁਸੀਂ ਆਪਣੇ ਨਾਂ ਤੇ ਲਓ। ਮੈਂ ਕਿਹਾ ਜੀ ਵੀ ਮੇਰੇ ਨਾਂ ਤੇ ਸਾਡਾ ਘਰ ਸੈਂਡੀਏਗੋ, ਸਾਡੇ ਕੋਲ ਘਰ ਹੈਗਾ, ਇਸ ਕਰਕੇ ਅਸੀਂ ਤਾਂ ਨਹੀਂ ਲੈ ਸਕਦੇ। ਤਾਂ ਕਹਿੰਦੇ ਤੁਸੀਂ ਸੋਚੋ, ਦੇਖੋ ਫਿਰ ਆਪਾਂ ਕਿਵੇਂ ਕਰੀਏ, ਵੀ ਆਪਾਂ ਘਰ ਲੈਣਾ ਜੀ। ਅਸੀਂ ਕਿਹਾ ਠੀਕ ਹੈ ਜੀ। ਅਸੀਂ ਵਾਪਸ ਆ ਗਏ ਜੀ ਸੈਂਡੀਏਗੋ ਨੂੰ। ਆ ਕੇ ਮੈਂ ਆਪਣੀ ਵਾਈਫ ਨਾਲ ਗੱਲ ਕੀਤੀ ਤੇ ਉਹ ਮੈਨੂੰ ਕਹਿੰਦੇ ਵੀ ਜਿਹੜਾ ਸਾਡਾ ਸੈਂਡੀਏਗੋ ਘਰ ਆ ਉਹਦੇ 'ਚ ਉਹਨਾਂ ਦਾ ਨਾਂ ਨਹੀਂ ਸੀਗਾ। ਤੇ ਉਹ ਕਹਿੰਦੇ ਵੀ ਅਸੀਂ ਜਾਣੀ ਇਹ ਚਲੋ ਗੱਲ ਕੀਤੀ ਤੇ ਉਹ ਕਹਿੰਦੇ ਵੀ ਠੀਕ ਹੈ, ਗੁਰੂ ਘਰ ਦੀ ਸੇਵਾ, ਚਲੋ ਜੇ ਮਹਾਰਾਜ ਸੇਵਾ ਬਖਸ਼ਦੇ ਆ। ਤੇ ਨਾਲੇ ਡਾਕਟਰ ਸਾਹਿਬ ਚਲੋ ਵੀ ਹੋਲੀ ਸੋਲੀ ਇੰਚਾਰਜ ਨੇ, ਹਨਾ। ਤੇ ਅਸੀਂ ਡਾਕਟਰ ਸਾਹਿਬ ਨੂੰ ਹਾਂ ਕਰਤੀ। ਚਲੋ ਜੀ, ਮੈਂ ਉਹਨਾਂ ਨੂੰ ਕਿਹਾ ਵੀ ਅਸੀਂ ਵੀ ਮੈਂ ਆਪਣੀ ਵਾਈਫ ਦੇ ਨਾਂ ਤੇ ਲੈ ਲੈਣਾ। ਕਹਿੰਦੇ ਠੀਕ ਹੈ, ਵੀ ਜਿਸ ਤਰ੍ਹਾਂ ਵੀ ਤੁਸੀਂ ਠੀਕ ਸਮਝੋ ਤੁਸੀਂ ਜ਼ਰੂਰ ਕਰੋਗੇ ਜੀ। ਤੇ ਜੀ ਅਸੀਂ ਉਹਦੀ ਆਫਰ ਭਰ ਦਿੱਤੀ। ਆਫਰ ਭਰ ਕੇ ਆਫਰ ਐਕਸੈਪਟ ਹੋ ਗਈ। ਉਹ ਤੋਂ ਜੀ ਕੁਛ ਹਫ਼ਤੇ 10 ਦਿਨ ਬਾਅਦ ਮੈਂ ਬਾਬੇ ਹਰਨਾਮ ਸਿੰਘ ਜੀ ਨੂੰ ਇੰਡੀਆ ਹੋਰ ਟਕਸਾਲ ਦੇ ਮੁਖੀ ਬਣ ਗਏ ਸੀ। ਕਦੇ ਕਦੇ ਕਾਲ ਕਰਦੇ ਸੀ। ਮੈਂ ਵੈਸੇ ਹੀ ਉਹਨਾਂ ਨੂੰ ਰੂਟੀਨ ਦੇ ਵਿੱਚ ਕਾਲ ਕੀਤੀ। ਮੇਰੀ ਕੋਈ ਅਟੈਂਸ਼ਨ ਨਹੀਂ ਸੀ ਉਹਨਾਂ ਤੋਂ ਵੈਰੀਫਿਕੇਸ਼ਨ ਕਰਨ ਦੀ ਕੋਈ ਗੱਲ। ਮੈਨੂੰ ਉਹਨਾਂ ਨੇ ਆਪ ਹੀ ਇਹ ਗੱਲ ਕਹੀ, ਕਹਿੰਦੇ ਇਕਬਾਲ ਸਿੰਘ, ਮੈਨੂੰ ਡਾਕਟਰ ਬੂਟਾ ਸਿੰਘ ਦੀ ਕਾਲ ਆਈ ਸੀ, ਉਹ ਜਿਹੜਾ ਘਰ ਆ ਤੁਸੀਂ ਜਿਵੇਂ ਡਾਕਟਰ ਸਾਹਿਬ ਕਹਿੰਦੇ ਨੇ ਤੁਸੀਂ ਕਰੋ, ਵੀ ਆਪਾਂ ਉਹਨੂੰ ਬਾਅਦ ਦੇ ਵਿੱਚ ਜਿਸ ਤਰ੍ਹਾਂ ਵੀ ਕਹੋਗੇ ਆਪਾਂ ਕਰ ਲਾਂਗੇ, ਕਿਸੇ ਗੱਲ ਤੋਂ ਤੁਸੀਂ ਘਬਰਾਉਣਾ ਨਹੀਂ। ਮੈਂ ਕਿਹਾ 7 ਵਜੇ ਜੀ, ਕੋਈ ਗੱਲ ਨਹੀਂ। ਤੇ ਜੀ ਚਲੋ ਸਾਨੂੰ ਇੱਦਾਂ ਤਸੱਲੀ ਜੀ ਹੋ ਗਈ, ਚਲੋ ਬਾਬਾ ਜੀ ਨੂੰ ਵੀ ਪਤਾ ਇਹਨਾਂ ਗੱਲਾਂ ਦਾ ਸਾਰੀਆਂ ਦਾ, ਹਨਾ। ਭੈਣ ਜੀ ਉਹ ਘਰ ਲੈ ਲਿਆ, ਘਰ ਦੀ ਕਲੋਜ਼ਿੰਗ ਹੋ ਗਈ, ਜੋ ਵੀ ਜਿੱਦਾਂ ਸੀਗਾ ਉਹਦੀ ਅਸੀਂ ਸਲਾਹ ਕਰਕੇ ਡਾਕਟਰ ਸਾਹਿਬ ਨਾਲ 20% ਡਾਊਨ ਦੇ ਕੇ 80% ਦਾ ਲੋਨ ਕਰਵਾ ਲਿਆ। ਮੁੜ ਕੇ ਕੁਛ ਚਿਰ ਮੈਨੂੰ ਪੈਸੇ ਚਾਹੀਦੇ ਸੀ, ਜਿਹੜੇ 20% ਡਾਊਨ 'ਚ ਦਿੱਤੇ ਤਾਂ ਫਿਰ ਉਹ ਮੈਨੂੰ ਕਹਿੰਦੇ ਆਪਾਂ ਇਕੁਇਟੀ ਲਾਈਨ ਆਫ ਕ੍ਰੈਡਿਟ ਕਰਾ ਲਓ। ਅਸੀਂ ਇਕੁਇਟੀ ਲਾਈਨ ਆਫ ਕ੍ਰੈਡਿਟ ਕਰਾ ਲਈ। ਜਿਹੜੇ ਪੈਸੇ ਘਟਦੇ ਸੀ ਉਹਨਾਂ ਨੇ ਮੈਨੂੰ ਦੇ ਦਿੱਤੇ ਤੇ ਮੇਰੀ ਜਿਹੜੀ ਡਾਊਨ ਪੇਮੈਂਟ ਦਿੱਤੀ ਸਾਰੀ ਪੂਰੀ ਹੋ ਗਈ ਜੀ। ਉਹ ਬੜਾ ਸੋਹਣਾ ਚੱਲਦਾ ਰਿਹਾ ਜੀ। ਕਿੰਨੇ 'ਚ ਘਰ ਤੁਸੀਂ ਉਹ ਲਿਆ ਸੀ ਇਕਬਾਲ ਸਿੰਘ ਜੀ? ਉਹ 440 'ਚ ਲਿਆ ਸੀ ਭੈਣ ਜੀ, 440 ਦਾ ਜੀ। ਤੇ ਕਦੋਂ ਲਿਆ ਸੀ, ਕਿਹੜੇ ਸਾਲ 'ਚ ਲਿਆ ਸੀ? ਇਹ ਜੀ ਲਿਆ ਸੀ ਭੈਣ ਜੀ ਜੂਨ 2016 ਦੇ ਵਿੱਚ ਜੀ। 2016 ਦੇ ਵਿੱਚ ਜੀ। ਹਾਂਜੀ। ਤੇ ਉਹ ਭੈਣ ਜੀ ਫਿਰ ਕੀ ਹੋਇਆ, ਤੇ ਉਹਨਾਂ ਨੇ ਸੌਰੀ ਜੂਨ 6 'ਚ ਲਿਆ ਸੀ ਜੀ। 2006 ਦੇ ਵਿੱਚ ਲਿਆ ਸੀ। 2006 'ਚ ਲਿਆ ਸੀਗਾ ਜੀ। ਹਾਂਜੀ। ਤੇ ਭੈਣ ਜੀ ਸਾਲ ਕਿਸੇ ਉੱਥੇ ਜਿਹੜਾ ਮੇਲਿੰਗ ਐਡਰੈਸ ਸੀ ਗੁਰੂ ਘਰ ਦਾ ਸੀ, ਸਾਰੇ ਪੇਪਰ ਵਗੈਰਾ ਉੱਥੇ ਹੀ ਆਉਂਦੇ ਸੀਗੇ ਜੀ। ਤੇ ਜਿਹੜਾ ਘਰ ਸੀਗਾ ਜੀ, ਉੱਥੇ ਜਿਹੜੇ ਮਹਾਤਮਾ, ਜਿਸ ਤਰ੍ਹਾਂ ਕੋਈ ਸਾਧੂ ਆ ਗਿਆ ਗੁਰੂ ਘਰ, ਜਾਂ ਭਾਈ ਪਿੰਦਰਪਾਲ ਸਿੰਘ, ਜਾਂ ਜਗਾਦਰੀ ਵਾਲੀਆਂ ਬੀਬੀਆਂ, ਜੋ ਵੀ ਜਾਣੀ ਆਉਂਦਾ ਸੀ ਉੱਥੇ ਠਹਿਰਦਾ ਸੀਗਾ ਜੀ। ਤੇ ਇਹੀ ਆਪਣਾ ਮੈਨੇਜ ਕਰਦੇ ਸੀ। ਅਸੀਂ ਤਾਂ ਜੇ ਕਿਤੇ ਜਾਂਦੇ ਸੀ ਜਾਂ ਮੋਟਲ 'ਚ ਰਹਿ ਲੈਂਦੇ ਸੀ, ਜਾਂ ਸਾਨੂੰ ਡਾਕਟਰ ਸਾਹਿਬ ਆਫਰ ਕਰ ਦਿੰਦੇ ਸੀ, ਜਾਂ ਬਲਵੀਰ ਸਿੰਘ ਖੋਸਾ ਜਾਂ ਹੋਰ ਸੰਗਤ ਦੇ ਪ੍ਰਾਣੀ ਸਾਨੂੰ ਆਫਰ ਕਰ ਦਿੰਦੇ ਸੀ ਤੁਸੀਂ ਸਾਡੇ ਕੋਲ ਠਹਿਰੋ ਜੀ। ਤੇ ਇਸ ਤਰ੍ਹਾਂ ਭੈਣ ਜੀ ਬੜਾ ਸੋਹਣਾ ਚੱਲਦਾ ਰਿਹਾ। 1 ਸਾਲ ਤੱਕ ਗੁਰੂ ਘਰ ਦੇ ਅਰਾਊਂਡ 1 ਈਅਰ ਇਹਨਾਂ ਨੇ ਆਪ ਡਾਇਰੈਕਟ ਪੇਮੈਂਟਾਂ ਭੇਜੀਆਂ। ਸਾਲ ਤੋਂ ਬਾਅਦ ਫਿਰ ਇਹ ਨਾ, ਜਿਸ ਤਰ੍ਹਾਂ ਹੁਣ ਬੈਂਕ ਕਰਦੀ ਆ ਜੀ, ਤੁਹਾਡੀ ਪੇਮੈਂਟ 10 ਤਰੀਕ ਤੋਂ ਬਾਅਦ ਮਿਲੀ ਤਾਂ $50 ਪਾਉਂਦੇ ਆ, ਫਿਰ ਉਹ ਤੁਹਾਡੀ ਪੇਮੈਂਟ। ਜਿਹੜੀਆਂ ਇਕਬਾਲ ਸਿੰਘ ਜੀ ਤੁਹਾਡੀ ਗੱਲ ਕੱਟਦੀ ਆ, ਜਿਹੜੀ ਗੁਰਦੁਆਰਾ ਸਾਹਿਬ ਪੇਮੈਂਟਾਂ ਭੇਜ ਰਿਹਾ ਸੀ ਤੁਹਾਡੇ ਘਰ ਦੀਆਂ, ਕਿ ਉਹ ਤੁਹਾਡੇ ਅਕਾਊਂਟ 'ਚ ਗੁਰਦੁਆਰਾ ਸਾਹਿਬ ਰੱਖਦਾ ਸੀ, ਕਿ ਜਾਂ ਕੋਈ ਇਹੋ ਜਿਹਾ ਅਕਾਊਂਟ ਸੈੱਟ ਕੀਤਾ ਸੀ ਜਿੱਥੋਂ ਸਿੱਧੀਆਂ ਹੀ ਬੈਂਕ ਨੂੰ ਪੇਮੈਂਟਾਂ ਜਾਂਦੀਆਂ ਸੀ? ਜੀ ਓਰੀਜਨਲੀ ਜਿਹੜੀ ਸੀ ਸਿੱਧੀ ਬੈਂਕ ਨੂੰ, ਸਿੱਧੀ ਜਿਹੜੀ ਮੌਰਗੇਜ ਕੰਪਨੀ ਸੀ ਉਹਨੂੰ ਪੇਮੈਂਟ ਭੇਜਦਾ ਸੀ। 1 ਸਾਲ ਤੱਕ ਇਹਨਾਂ ਨੇ ਭੇਜਿਆ ਜੀ, ਇਸ ਤਰ੍ਹਾਂ ਨਾ ਜੀ। ਤੇ ਸਾਲ ਤੋਂ ਬਾਅਦ ਫਿਰ ਇਹਨਾਂ ਦੀ 1-2 ਪੇਮੈਂਟਾਂ ਲੇਟ ਹੋਈਆਂ ਤੇ ਮੈਨੂੰ ਡਾਕਟਰ ਸਾਹਿਬ ਕਹਿੰਦੇ ਵੀ ਤੁਸੀਂ ਪੇਮੈਂਟ ਆਪਣੀ ਲੇਟ ਹੋ ਜਾਂਦੀ ਆ, ਵੀ ਗੁਰੂ ਘਰ ਨੂੰ ਜੁਰਮਾਨਾ ਪੈਂਦਾ, ਵੀ ਤੁਸੀਂ ਪੇਮੈਂਟ ਔਨ ਟਾਈਮ ਭੇਜ ਦਿਆ ਕਰੋ, ਅਸੀਂ ਤੁਹਾਡੇ ਅਕਾਊਂਟ 'ਚ ਪਾ ਦਿਆ ਕਰਾਂਗੇ। ਮੈਂ ਕਿਹਾ ਠੀਕ ਹੈ ਜੀ। ਭੈਣ ਜੀ ਮੈਂ ਨਾ ਜੀ ਔਨ ਟਾਈਮ, ਜਾਨੀ ਜਿੱਦਾਂ 5 ਜਾਂ 7 ਤਰੀਕ 5-4 ਤਰੀਕ ਨੂੰ ਉਹਨਾਂ ਦੀ ਪੇਮੈਂਟ ਇੱਥੋਂ ਕਰ ਦੇਣੀ, ਤੇ ਇਹਨਾਂ ਨੇ ਜੀ ਸਾਡੇ ਅਕਾਊਂਟ 'ਚ ਉੱਥੋਂ ਪੈਸੇ ਪਾਉਂਦੇ ਸੀ। ਜਿੰਨੀ ਬਿੱਲ ਇਹਨਾਂ ਕੋਲ ਆਉਂਦਾ ਸੀ, ਜਿੰਨੀ ਪੇਮੈਂਟ ਹੁੰਦੀ ਸੀ ਉਨੀ ਪਾਉਂਦੇ ਸੀ ਇਹ ਬੈਂਕ ਦੇ ਵਿੱਚ। ਤੇ ਇਹ ਭੈਣ ਜੀ ਪ੍ਰੋਸੀਜਰ ਇਹ ਜੂਨ ਇਹ 2016 ਤੱਕ ਚੱਲਦਾ ਰਿਹਾ। ਅਗਸਤ 2016 ਤੱਕ ਇਹਨਾਂ ਨੇ ਪੇਮੈਂਟਾਂ ਦਿੱਤੀਆਂ ਜੀ।
ਤੇ ਸਮਹਾਉ ਜੁਲਾਈ 16 ਤੱਕ ਜੀ, ਸਪਟੰਬਰ 2017 ਦੇ ਵਿੱਚ ਇਹਨਾਂ ਨੇ ਸੌਰੀ ਭੈਣ ਜੀ ਮੈਂ ਕਰ ਗਿਆ, ਇਹਨਾਂ ਨੇ ਨਾ ਅਗਸਤ 17 ਤੱਕ ਪੇਮੈਂਟਾਂ ਦਿੱਤੀਆਂ ਜੀ, ਡਾਕਟਰ ਬੂਟਾ ਸਿੰਘ ਹੁਣੀ ਦਿੰਦੇ ਰਹੇ, ਤੇਰੇ ਸਾਡੇ ਅਕਾਊਂਟ 'ਚ ਜਮ੍ਹਾਂ ਕਰਾਉਂਦੇ ਰਹੇ। 2017 ਤੱਕ ਤੁਹਾਡੀਆਂ ਕੰਟੀਨਿਊ ਪੇਮੈਂਟਾਂ ਚੱਲਦੀਆਂ ਰਹੀ? ਹਾਂਜੀ, ਕਦੇ ਕੰਟੀਨਿਊ ਪੇਮੈਂਟ ਟੁੱਟੀ ਹੋਵੇ ਜਾਂ ਇਹਨਾਂ ਨੇ ਨਾ ਦਿੱਤੀ ਹੋਵੇ, ਤੁਸੀਂ ਦਿੱਤੀਆਂ ਹੋਣ? ਭੈਣ ਜੀ ਇਸ ਤਰ੍ਹਾਂ ਵਿੱਚ ਹੋਇਆ, ਕਈ ਵਾਰੀ ਹੋਇਆ, ਤੇ ਜਾਣੀ ਪਰ ਕਦੇ ਇਹਨਾਂ ਨੇ ਇਹ ਨਹੀਂ ਸੀ ਕਿ ਅਸੀਂ ਦੇਣੀਆਂ ਨਹੀਂ, ਜਾਣੀ ਕਦੇ ਕਈ ਵਾਰੀ ਦੋ ਪੇਮੈਂਟਾਂ ਇਕੱਠੀਆਂ ਹੋ ਗਏ, ਦੋ ਇਕੱਠੀਆਂ ਜਮ੍ਹਾਂ ਕਰਾਉਂਦੇ, ਜਾਣੀ ਮੈਨੂੰ ਦੱਸ ਦਿੰਦੇ ਸੀ ਵੀ ਅਸੀਂ ਪੇਮੈਂਟ ਜਮ੍ਹਾਂ ਨਹੀਂ ਕਰਾ ਸਕਦੇ, ਤਾਂ ਤੁਸੀਂ ਦੇ ਦਿਓ, ਤੁਹਾਨੂੰ ਅਗਲੇ ਮਹੀਨੇ ਇਕੱਠੀਆਂ 2 ਦੇ ਦਾਂਗੇ ਜੀ। ਇੱਕ ਵਾਰੀ ਇਹਨਾਂ ਨੇ ਡਾਕਟਰ ਬੂਟਾ ਸਿੰਘ ਇਹ ਪ੍ਰਧਾਨ ਸੀ ਗੁਰਦੁਆਰੇ ਦੇ ਜੀ? ਇਹ ਭੈਣ ਜੀ ਹੁਣ ਸਾਨੂੰ ਤਾਂ ਹੁਣ ਪਤਾ ਲੱਗਿਆ ਕੋਰਟ 'ਚ ਜਾ ਕੇ ਵੀ ਇਹ ਕੁਛ ਵੀ ਨਹੀਂ ਸੀਗੇ ਉੱਥੇ, ਜਿਹੜੀ ਪੁਰਾਣੀ ਮੈਨੇਜਮੈਂਟ ਕਮੇਟੀ ਦੇ ਵਿੱਚ ਐਕਟਿਵ ਗੁਰਦੁਆਰੇ ਦੇ ਉਹ ਉਸ ਵੇਲੇ ਪ੍ਰਧਾਨ ਬਲਵੀਰ ਸਿੰਘ ਖੋਸਾ ਸੀ ਜਿਨ੍ਹਾਂ ਦੇ ਬਦਨ ਲਾਜ ਸੀਗੇ ਜੀ। ਇਹ ਗੱਲਬਾਤ ਜਾਂ ਕਾਰਵਾਈ ਜੋ ਵੀ ਪੇਪਰ ਵਰਕ ਸਾਰਾ ਕੁਝ ਡਾਕਟਰ ਬੂਟਾ ਸਿੰਘ ਉਹਨਾਂ ਨੇ ਤੁਹਾਨੂੰ ਕਰਵਾਇਆ ਕਹਿ ਕੇ? ਹਾਂਜੀ, ਡਾਕਟਰ ਬੂਟਾ ਸਿੰਘ ਨੇ, ਪਰ ਬਲਵੀਰ ਸਿੰਘ ਨਾਲ ਹੀ ਹੁੰਦੇ ਸੀ ਉੱਥੇ, ਗੁਰੂ ਘਰ ਨੌਲੇਜ ਹੋਰ ਵੀ ਸੰਗਤ ਹੁੰਦੀ ਸੀ, ਪਰ ਯਾਨੀ ਇਹ ਦੋਨੋਂ ਜ਼ਿਆਦਾ ਇਨਵੋਲਵ ਹੁੰਦੇ ਸੀ ਹਰ ਗੱਲ ਦੇ ਵਿੱਚ ਜੀ। ਤੇ ਇਹਨਾਂ ਦੀ ਕੀ ਪੋਜੀਸ਼ਨ ਸੀ? ਬੂਟਾ ਸਿੰਘ ਕੋਈ ਡਾਇਰੈਕਟਰ ਸੀ ਜਾਂ ਖਜ਼ਾਨਚੀ ਸੀ ਜਾਂ ਕੀ ਸੀ? ਭੈਣ ਜੀ ਸਾਨੂੰ ਤੇ ਉਦੋਂ ਪਤਾ ਲੱਗਦਾ ਸੀ ਵੀ ਇਹ ਆਲ ਇਨ ਆਲ ਨੇ, ਪਰ ਹੁਣ ਜਿਹੜੀ ਜਦੋਂ ਕੋਰਟ 'ਚ ਕੇਸ ਗਿਆ ਤੇ ਜਿਹੜੇ ਪੁਰਾਣੀ ਇਸ ਵੇਲੇ ਮੈਨੇਜਮੈਂਟ ਦੇ ਪ੍ਰਧਾਨ ਨੇ, ਪੁਰਾਣੀ ਇਹਨਾਂ ਦੀ ਮੈਨੇਜਮੈਂਟ ਦੇ ਵਿੱਚ ਉਹ ਖਜ਼ਾਨਚੀ ਸੀਗੇ, ਉਹ ਕਹਿੰਦੇ ਜੀ ਇਹਨਾਂ ਦਾ ਕੋਈ ਰੁਤਬਾ ਨਹੀਂ ਸੀ, ਇਹ ਆਪਣੀ ਮਰਜ਼ੀ ਕਰਦੇ ਰਹੇ ਜੀ ਸਾਰਾ ਕੁਝ ਉੱਥੇ ਜੀ। ਔਰ ਇਹਨਾਂ ਦੀ ਇਨਵੋਲਵਮੈਂਟ ਕਿੰਨੀ ਕੁ ਸੀ ਗੁਰਦੁਆਰਾ ਸਾਹਿਬ ਦੇ ਵਿੱਚ? ਕੋਈ ਹੋਰ ਵੀ ਪ੍ਰੋਜੈਕਟ ਇਹਨਾਂ ਨੇ ਕੀਤੇ ਸੀ ਡਾਕਟਰ ਬੂਟਾ ਸਿੰਘ ਉਹਨਾਂ ਨੇ? ਭੈਣ ਜੀ ਸਾਰੇ ਪ੍ਰੋਜੈਕਟ ਇਹਨਾਂ ਨੇ, ਦੇਖੋ ਗੁਰਦੁਆਰਾ ਸਾਹਿਬ ਦੀ ਤਕਰੀਬਨ 17 ਏਕੜ ਪ੍ਰਾਪਰਟੀ ਆ, ਇਹਨਾਂ ਨੇ ਉਹਨੂੰ ਫੈਂਸਿੰਗ ਕਰਵਾਈ, ਸਾਰੀ ਪਾਰਕਿੰਗ ਲਾਟ ਬਣਵਾਈ, 110 ਫੁੱਟ ਦਾ ਨਿਸ਼ਾਨ ਸਾਹਿਬ ਚੜਵਾਇਆ, ਕਿੰਨੇ ਸਾਰਾ ਕੰਮ ਹੀ ਡਾਕਟਰ ਬੂਟਾ ਸਿੰਘ ਕਰਦੇ ਸੀ ਸਾਡੀ ਸਮਝ ਮੁਤਾਬਕ। ਤਾਂ ਇਹੀ ਉੱਥੇ ਹੁੰਦੇ ਸੀ, ਇਹਨਾਂ ਨੂੰ ਇਹ ਸਾਰੇ ਮਿਲਦੇ ਗਿਲਦੇ ਸੀ, ਇਹੀ ਕਰਤਾ ਧਰਤਾ ਸੀ, ਇਹੀ ਸਾਧੂ ਕਿਸੇ ਨੂੰ ਟਾਈਮ ਦੇਣਾ ਦਵਾਉਣਾ ਜੋ ਵੀ ਕਰਨਾ ਸਭ ਕੁਝ ਇਹੀ ਕਰਦੇ ਸੀ ਸਾਡੇ ਹਿਸਾਬ ਨਾਲ। 2017 ਦੇ ਵਿੱਚ ਫੇ ਕੀ ਹੋਇਆ ਕਿ ਪੇਮੈਂਟਾਂ ਦੇਣੀਆਂ ਬੰਦ ਕਰ ਦਿੱਤੀਆਂ ਗਈਆਂ? ਹਾਂਜੀ, ਜਦੋਂ ਭੈਣ ਜੀ ਇਹ ਸਾਨੂੰ ਕਿਸੇ ਨੇ ਦੱਸਿਆ ਨਹੀਂ ਜੀ ਵੀ ਜਦੋਂ ਨਾ ਜੀ ਇਹ ਸਪਟੰਬਰ ਦੀ ਮੈਂ ਜਿਹੜੀ ਪੇਮੈਂਟ ਸੀ ਉਹ ਮੈਂ ਮਤਲਬ ਦੇਤੀ ਜੀ, ਟਾਈਮ ਤੇ ਭਰਤੀ, ਤੇ ਉਹ ਨਾ ਭਾਜੀ ਸੀ ਇੱਕ ਪਲਵਿੰਦਰ ਸਿੰਘ, ਉਹ ਸਾਡੇ ਅਕਾਊਂਟ 'ਚ ਪੈਸੇ ਜਮ੍ਹਾਂ ਕਰਾਉਂਦੇ ਹੁੰਦੇ ਸੀ। ਜਦੋਂ ਮੈਂ ਅਕਤੂਬਰ ਦੀ ਪੇਮੈਂਟ ਦੇਣ ਲੱਗਿਆ ਤੇ ਮੈਂ ਉਹਦੇ ਅਕਾਊਂਟ ਤੇ ਲੌਗਇਨ ਕੀਤਾ, ਦੇਖਿਆ ਉਹਨਾਂ ਨੇ ਪੈਸੇ ਨਹੀਂ ਜਮ੍ਹਾਂ ਕਰਵਾਏ, ਤੇ ਮੈਂ ਅਕਤੂਬਰ ਦੀ ਪੇਮੈਂਟ ਵੀ ਭੇਜਤੀ, ਤੇ ਮੈਂ ਸੋਚਿਆ ਵੀ ਸ਼ਾਇਦ ਵੀ ਚਲੋ ਭਾਜੀ ਕਿਤੇ ਬਾਹਰ ਅੰਦਰ ਗਏ ਹੋਣੇ ਆ, ਕਿ ਉਹਨਾਂ ਨੇ ਜਿਸ ਤਰ੍ਹਾਂ ਸਾਡੀ ਪਿੱਛੋਂ ਵੀ ਕਈ ਵਾਰੀ 2 ਵਾਰੀ ਇਕੱਠੇ 2 ਪੇਮੈਂਟਾਂ ਇਕੱਠੀਆਂ ਜਮ੍ਹਾਂ ਕਰਾਉਂਦੇ ਸੀ, ਉਹਨਾਂ ਨੂੰ ਮੈਂ ਕਾਲ ਕੀਤਾ ਜੀ, ਉਹਨਾਂ ਨੇ ਕਾਲ ਰਿਟਰਨ ਕੀਤੀ। ਫਿਰ ਜੀ ਜਦੋਂ ਨਵੰਬਰ ਦੀ ਪੇਮੈਂਟ ਆਈ, ਫਿਰ ਮੈਂ ਦੇਖਿਆ, ਮੈਂ ਕਿਹਾ ਵੀ 2 ਮਹੀਨੇ ਹੋ ਗਏ ਪੈਸੇ ਨਹੀਂ ਜਮ੍ਹਾਂ ਹੋਏ। ਫਿਰ ਮੈਂ ਉਹਨਾਂ ਨੂੰ ਕਾਲ ਕੀਤਾ, ਫਿਰ ਉਹਨਾਂ ਨੇ ਨਾ ਜੀ ਮੈਨੂੰ, ਜਦੋਂ ਉਹਨਾਂ ਨਾਲ ਮੇਰੀ ਗੱਲ ਹੋਈ, ਕਹਿੰਦੇ ਅਸੀਂ ਤਾਂ ਗੁਰਦੁਆਰਾ ਸਾਹਿਬ ਛੱਡਤਾ, ਨਵੀਂ ਮੈਨੇਜਮੈਂਟ ਆ ਗਈ, ਵੀ ਤੁਹਾਨੂੰ ਹੁਣ ਉਹ ਪੈਸੇ ਨਹੀਂ ਦਿੰਦੇ। ਮੈਂ ਕਿਹਾ ਨਹੀਂ ਜੀ। ਉਹ ਕਹਿੰਦੇ ਮੈਂ ਡਾਕਟਰ ਸਾਹਿਬ ਨਾਲ ਗੱਲ ਕਰਦਾ ਵੀ ਅਸੀਂ ਪਤਾ ਕਰਦੇ ਕਿਉਂ ਨਹੀਂ ਪੈਸੇ ਦਿੰਦੇ। ਉਹਨਾਂ ਨੇ ਜੀ ਮੈਨੂੰ ਪਤਾ ਨਹੀਂ ਡਾਕਟਰ ਸਾਹਿਬ ਨਾਲ ਗੱਲ ਕੀਤੀ ਜਾਂ ਨਹੀਂ ਕੀਤੀ, ਦਸੰਬਰ ਆ ਗਿਆ, ਦਸੰਬਰ ਦੇ ਵਿੱਚ ਪੇਮੈਂਟ ਨਹੀਂ ਹੋਈ ਜੀ। ਫਿਰ ਮੈਂ ਉਹਨਾਂ ਨੂੰ ਕਾਲ ਕੀਤਾ, ਮੈਨੂੰ ਕਹਿੰਦੇ ਤੁਸੀਂ ਡਾਕਟਰ ਸਾਹਿਬ ਨੂੰ ਸਿੱਧੀ ਕਾਲ ਕਰੋ। ਫਿਰ ਮੈਂ ਡਾਕਟਰ ਸਾਹਿਬ ਨੂੰ ਕਾਲ ਕੀਤੀ, ਡਾਕਟਰ ਸਾਹਿਬ ਕਹਿੰਦੇ ਵੀ ਉਹਨਾਂ ਨੂੰ ਪੇਮੈਂਟ ਦੇਣੀ ਚਾਹੀਦੀ। ਅਸੀਂ ਉਹਨਾਂ ਨੂੰ ਦੱਸਿਆ, ਜਦੋਂ ਇਸ ਤਰ੍ਹਾਂ ਗੱਲਾਂ ਬਾਤਾਂ ਕਰਦੇ ਕਰਾਉਂਦੇ ਜੀ, ਤੇ ਫਿਰ ਜਨਵਰੀ ਦੇ ਵਿੱਚ ਮੈਂ ਉੱਥੇ ਗਿਆ ਜੀ। ਜਿਹੜਾ ਉੱਥੇ ਇਹਨਾਂ ਦਾ ਗ੍ਰੰਥੀ ਸਿੰਘ ਰਹਿੰਦਾ ਸੀਗਾ, ਉਹਨੇ ਮੈਨੂੰ ਕਾਲ ਕੀਤਾ ਵੀ ਮੈਂ ਜਨਵਰੀ 'ਚ ਮੂਵ ਹੋ ਜਾਣਾ। ਮੈਂ ਜਨਵਰੀ 'ਚ ਉੱਥੇ ਗਿਆ ਤੇ ਉਹਨਾਂ ਤੋਂ ਮੈਂ ਚਾਬੀ ਲਈ, ਤੇ ਉੱਥੇ ਨਛੱਤਰ ਸਿੰਘ ਢਾਲੀਵਾਲ ਦਾ ਮੈਨੂੰ ਫੋਨ ਨੰਬਰ ਮਿਲਿਆ। ਮੈਂ ਉਹਨਾਂ ਨੂੰ ਕਾਲ ਕੀਤੀ, ਜਿਹੜੇ ਹੁਣ ਬੋਰਡ ਦੇ ਡਾਇਰੈਕਟਰ ਨੇ ਜੀ। ਉਹ ਮੈਨੂੰ ਕਹਿੰਦੇ ਜੀ ਅਸੀਂ ਨਹੀਂ ਇਹ ਘਰ ਰੱਖਣਾ ਹੈਗਾ, ਤੁਸੀਂ ਉਹਨਾਂ ਨਾਲ ਜਿੱਦਾਂ ਮਰਜ਼ੀ ਕਰੋ, ਵੀ ਡਾਕਟਰ ਨਾਲ ਗੱਲ ਕਰੋ, ਸਾਨੂੰ ਨਹੀਂ ਘਰ ਚਾਹੀਦਾ ਇਹ ਜੀ। ਮੈਂ ਇਹਨਾਂ ਨੂੰ ਕਿਹਾ ਵੀ ਜੇ ਤੁਹਾਨੂੰ ਘਰ ਨਹੀਂ ਚਾਹੀਦਾ, ਤੁਸੀਂ ਘੱਟੋ ਘੱਟ ਆਪਣਾ ਸਮਾਨ ਚੁੱਕੋ, ਇਹਨੂੰ ਖਾਲੀ ਕਰ ਦਿਓ। ਤੇ ਇਹ ਤੁਸੀਂ ਦੇਖੋ ਨਾ 11-12 ਸਾਲ ਰਹੇ ਇੱਥੇ, ਗ੍ਰੰਥੀ ਸਿੰਘ ਉਹਦੇ ਬੱਚੇ ਰਹੇ, ਘਰ ਟੁੱਟਿਆ ਹੋਇਆ, ਕਿੰਨੀ ਮੇਨਟੇਨੈਂਸ ਹੋਣੀ, ਤੁਸੀਂ ਇਹਦੀ ਮੇਨਟੇਨੈਂਸ ਕਰਵਾ ਦਿਓ। ਕਹਿੰਦੇ ਜੀ ਵੀ ਨਹੀਂ, ਪ੍ਰਬੰਧਕ ਕਮੇਟੀ ਮੰਨਦੀ ਨਹੀਂ ਹੈ, ਪਰ ਫਿਰ ਵੀ ਮੈਂ ਦੁਬਾਰਾ ਗੱਲ ਕਰ ਲੂੰਗਾ। ਚਲੋ ਭੈਣ ਜੀ, ਫਿਰ ਇਹ ਕੰਟਰੋਵਰਸੀ ਚੱਲਦੀ ਰਹੀ। ਡਾਕਟਰ ਬੂਟਾ ਸਿੰਘ, ਉਹ ਭਾਈ ਪਲਵਿੰਦਰ ਸਿੰਘ, ਇੱਦਾਂ ਕਦੇ ਉਹਨੂੰ ਫੋਨ ਕਰ, ਕਦੇ ਉਹਨੂੰ ਫੋਨ ਕਰ, ਕੁਛ ਨਹੀਂ ਭੈਣ ਜੀ। ਤੇ ਫਿਰ ਨਾ ਜੀ ਸ਼ਾਇਦ ਮਾਰਚ ਜਾਂ ਅਪ੍ਰੈਲ ਦੇ ਵਿੱਚ ਫਿਰ ਮੈਂ ਗਿਆ। 700 ਤੋਂ 350 ਮੀਲ ਆ ਜੀ ਇੱਥੋਂ ਫਰੀਦਨੋ, ਸਾਡੇ ਘਰ ਤੋਂ ਸਿੰਡੀਆਗੋ ਤੋਂ ਜੀ, 350 ਮਾਈਲਸ। ਸੋ 350 ਕਿਲੋਮੀਟਰ ਤੁਸੀਂ ਮਾਈਲਸ ਫਿਰ ਉੱਥੇ ਵਾਪਸ ਗਏ। ਤੇ ਹਾਂਜੀ ਮੀਟਿੰਗ ਰੱਖੀ ਤੁਸੀਂ ਨਵੀਂ ਕਮੇਟੀ ਨਾਲ ਜਾਂ ਕਿ ਪੁਰਾਣੀ ਕਮੇਟੀ ਦੇ ਮੈਂਬਰਾਂ ਨੂੰ ਮਿਲਣ ਗਏ ਸੀ? ਹਾਂਜੀ, ਨਹੀਂ ਨਵੀਂ ਨੂੰ ਮਿਲਣ ਵਾਸਤੇ ਗਏ ਸੀ ਜੀ ਉੱਥੇ ਜੀ। ਉੱਥੇ ਜਾ ਕੇ ਭੈਣ ਜੀ ਇਹਨਾਂ ਨਾਲ ਜਿਹੜੀ ਨਵੀਂ ਕਮੇਟੀ ਸੀ ਉਹਨਾਂ ਨਾਲ ਮੀਟਿੰਗ ਕੀਤੀ। ਮੀਟਿੰਗ ਦੇ ਵਿੱਚ ਤਕਰੀਬਨ ਨਵੀਂ ਕਮੇਟੀ ਸਾਰੀ ਸੀ ਤੇ ਪੁਰਾਣੀ ਵੀ ਸਾਰੀ ਸੀ। ਉੱਥੇ ਇਸ ਤਰ੍ਹਾਂ ਦੀਆਂ ਸਾਰੀ ਇਹਨਾਂ ਨੂੰ ਮੈਂ ਰਿਕੁਐਸਟ ਕੀਤੀ ਵੀ ਮੇਰਾ ਵੀ ਤੁਸੀਂ ਕਿਉਂ ਨਹੀਂ ਨਾ ਵੀ ਇੱਥੋਂ ਤੱਕ ਗੱਲ ਹੋਈ। ਮੈਂ ਕਿਹਾ ਮੇਰਾ ਫਾਲਟ ਦੱਸੋ ਕੀ ਆ, ਮੈਂ ਤਾਂ ਕੁਝ ਗਲਤ ਨਹੀਂ ਕੀਤਾ ਜੀ।
ਚਲੋ ਉੱਥੇ ਭੈਣ ਜੀ ਡਿਸੀਜਨ ਹੋ ਗਿਆ ਵੀ ਤੁਹਾਨੂੰ ਅਸੀਂ ਸੋਚ ਕੇ ਦੱਸਾਂਗੇ ਜੀ। ਨਵੀਂ ਕਮੇਟੀ ਵਾਲੇ ਕਹਿੰਦੇ ਸਾਨੂੰ ਸੋਚ ਲੈਣ ਦਿਓ, ਸੋਚ ਕੇ ਦੱਸਾਂਗੇ। ਜੀ ਕੁਛ ਉੱਥੇ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੋਈਆਂ ਜਿਹਦੇ ਵਿੱਚ ਵੀ ਮੈਨੂੰ ਜਾਣੀ ਸ਼ੱਕ ਜਿਹਾ ਹੋ ਗਿਆ ਵੀ ਇਹ ਨਹੀਂ ਕੰਮ ਖਰਾਬ ਹੈਗਾ। ਜਿਹੜੇ ਇਹਨਾਂ ਦੇ ਹੁਣ ਪ੍ਰਧਾਨ ਨੇ, ਜਦੋਂ ਉਹਨਾਂ ਨੂੰ ਇਹ ਗੱਲ ਕਹੀ ਵੀ ਉਹ ਕਹਿੰਦੇ ਸਾਨੂੰ ਕੋਈ ਪ੍ਰੂਫ ਦਿਓ ਵੀ ਇਹ ਘਰ ਗੁਰਦੁਆਰੇ ਦਾ। ਮੈਂ ਕਿਹਾ ਜੀ ਪ੍ਰੂਫ ਤਾਂ ਹੁਣ ਗੁਰਦੁਆਰਾ ਕੌਣ ਨੇ ਸਾਹਿਬ ਪੇਮੈਂਟ। ਪ੍ਰਧਾਨ ਇਕਬਾਲ ਸਿੰਘ ਜੀ ਉੱਥੇ? ਸਰਦਾਰ ਦਲਵੀਰ ਸਿੰਘ ਸੰਧਰ ਨੇ ਜੀ। ਜੀ ਦਲਬੀਰ ਸਿੰਘ ਸੰਧਰ ਜੀ। ਹਾਂਜੀ, ਤੇ ਉਹਨਾਂ ਨੇ ਤਾਂ ਉਹ ਕਹਿੰਦੇ ਵੀ ਇਹ ਕੋਈ ਪ੍ਰੂਫ ਨਹੀਂ ਹੈ, ਇਹ ਤੁਹਾਡੇ ਕੋਲ ਘਰ ਕਿਰਾਏ ਤੇ ਵੀ ਹੋ ਸਕਦਾ ਸੀ ਗੁਰਦੁਆਰੇ ਕੋਲੇ। ਤੇ ਡਾਕਟਰ ਸਾਹਿਬ ਬੋਲੇ ਵੀ ਤੁਸੀਂ ਝੂਠ ਬੋਲੋਗੇ, ਮੈਂ ਤਾਂ ਨਹੀਂ ਬੋਲਣਾ ਹਨਾ, ਵੀ ਇਹ ਕਿਰਾਏ ਤੇ ਸੀਗੀ ਪ੍ਰਾਪਰਟੀ, ਵੀ ਗੁਰਦੁਆਰੇ ਦੀ ਪ੍ਰਾਪਰਟੀ ਆ, ਕਿਰਾਏ ਤੇ ਕਿਉਂ ਸੀਗਾ। ਚਲੋ ਹੋਰ ਦੋ ਚਾਰ ਗੱਲਾਂ ਇਸ ਤਰ੍ਹਾਂ ਦੀਆਂ ਹੋਈਆਂ ਤੇ ਜਾਣੀ ਉੱਥੋਂ ਨਾ ਹਵਾ ਇਸ ਤਰ੍ਹਾਂ ਦੀ ਬਣੀ। ਮੈਂ ਕਿਹਾ ਵੀ ਕਿਤੇ ਨਾ ਗੱਲ ਵੱਧ ਨਾ ਜਾਵੇ ਤੇ ਅਸੀਂ ਗੱਲ ਨੂੰ ਖਤਮ ਕਰਕੇ ਤੇ ਆ ਗਏ ਨਾ ਜੀ। ਤਾਂ ਇਹਨਾਂ ਨੇ ਨਾ ਜੀ ਮਤਲਬ ਇੰਸਟੈਡ ਆਫ ਸਾਨੂੰ ਤੇ ਉੱਥੇ ਕਿ ਅਸੀਂ ਸੋਚ ਕੇ ਦੱਸਾਂਗੇ, ਉਦੋਂ ਹੀ ਬਾਹਰ ਆ ਕੇ ਗੱਲਾਂ ਕਰਨ ਲੱਗੇ ਡਿਪੂਟੀਜ਼ ਦੇ ਨਾਲ। ਉਹਨਾਂ ਨੇ ਪੁੱਛਿਆ ਕੀ ਹੋਇਆ, ਕਹਿੰਦੇ ਮੀਟਿੰਗ 'ਚ ਇੱਦਾਂ। ਕੀ ਹੋਇਆ ਮੀਟਿੰਗ 'ਚ? ਆਖੇ ਘਰ ਦੀ ਗੱਲਬਾਤ ਸੀ, ਅਸੀਂ ਕਿਹੜਾ ਲੈਣਾ, ਉਹ ਐਵੇਂ ਟਾਈਮ ਖਰਾਬ ਕਰੀ ਜਾਂਦੇ, ਸਾਨੂੰ ਨਹੀਂ ਚਾਹੀਦਾ ਉਹ। ਚਲੋ ਜੀ ਭੈਣ ਜੀ, ਇਹਨਾਂ ਨੇ 15-20 ਦਿਨ ਬਾਅਦ ਫੇਰ ਇਹਨਾਂ ਨੇ ਜਵਾਬ ਦੇਤਾ ਵੀ ਅਸੀਂ ਨਹੀਂ ਲੈਣਾ ਜੀ। ਫੇਰ ਇਹਨਾਂ ਨੇ ਫਿਰ ਮੈਂ ਡਾਕਟਰ ਸਾਹਿਬ ਨੂੰ ਕਿਹਾ ਵੀ ਅਸੀਂ ਹੁਣ ਫਿਰ ਮੇਰੇ ਕੋਲ ਆਪਸ਼ਨ ਕੋਈ ਨਹੀਂ, ਫਿਰ ਹੁਣ ਮੈਂ ਕੇਸ ਕਰੂੰਗਾ ਹਨਾ। ਡਾਕਟਰ ਸਾਹਿਬ ਨੇ ਫੇਰ ਇਹਨਾਂ ਨੂੰ ਕਿਹਾ ਵੀ ਉਹ ਕੋਟਾਂ ਕਚਹਿਰੀਆਂ 'ਚ ਜਾਵਾਂਗੇ, ਤੁਸੀਂ ਵੀ ਜਾਵੋਗੇ, ਅਸੀਂ ਵੀ ਜਾਵਾਂਗੇ ਹਨਾ। ਇਹ ਕਹਿੰਦੇ ਜੀ ਜਿਹੜਾ ਕੁਝ ਕਰਨਾ ਕਰ ਲਓ ਜੀ, ਹੁਣ ਸਾਨੂੰ ਨਹੀਂ ਚਾਹੀਦਾ ਜੀ। ਫਿਰ ਦੈਨ ਦਾ ਮੇਰੇ ਕੋਲ ਇਹੀ ਆਪਸ਼ਨ ਸੀ ਵੀ ਮੈਂ ਕੋਰਟ 'ਚ ਜਾਂਦਾ ਜੀ। ਫਿਰ ਤੇ ਤੁਸੀਂ ਘਰ ਦੀ ਹਾਲਤ ਦੇਖੀ, ਘਰ ਦੀ ਹਾਲਤ ਕਿਵੇਂ ਦੀ ਆ? ਰਹਿਣ ਦੇ ਲਾਇਕ ਹੈ ਉਹ ਘਰ ਜਾਂ ਨਹੀਂ ਹੈ? ਭੈਣ ਜੀ ਜਿਸ ਵੇਲੇ ਉਹ ਗ੍ਰੰਥੀ ਸਿੰਘ ਮੂਵ ਹੋਏ ਜੀ, ਇੰਨੀ ਬੁਰੀ ਹਾਲਤ ਸੀ ਘਰ ਦੀ। ਮੈਂ ਉਹਨਾਂ ਨੂੰ ਰਿਕੁਐਸਟ ਕੀਤੀ, ਮੈਂ ਕਿਹਾ ਜੀ ਇਹਨੂੰ ਕਲੀਨ ਕਰਾ ਦਿਓ ਮਾੜਾ ਮੋਟਾ, ਤੁਸੀਂ ਮੇਰੇ ਤੇ ਤਰਸ ਕਰ ਲਓ ਹੈ ਜੀ। ਇੱਕ ਕਮਰੇ ਦਾ ਕਾਰਪੈਟ ਇੰਨੀ ਬੁਰੀ ਹਾਲਤ, ਸਾਰਾ ਜਣੀ ਜੀ ਬਹੁਤ ਬੁਰੀ ਹਾਲਤ। ਉਹ ਕਹਿੰਦੇ ਜੀ ਵੀ ਮੈਂ ਇੰਨਾ ਕੁ ਕੰਮ ਕਰ ਸਕਦਾ, ਮੈਂ ਤੁਹਾਡਾ ਹੈ ਕਮਰੇ ਦਾ ਕਾਰਪੈਟ ਚੇਂਜ ਕਰਾਉਣਾ, ਬਾਕੀ ਤੁਸੀਂ ਕਮੇਟੀ ਨੂੰ ਕਹੋ ਇਹ ਕਰਾਉਣ ਜੀ। ਤੇ ਉਹਨਾਂ ਨੇ ਮੈਨੂੰ ਦੱਸਤਾ ਸੀਗਾ ਵੀ ਇਹਦੀ ਲੀਚ ਲਾਈਨ ਪੈਣ ਵਾਲੀ ਆ, ਕਿ ਉਹ ਸੈਪਟਿਕ ਟੈਂਕ ਤੇ ਹੈ ਜੀ ਘਰ, ਉਹ ਫਾਰਮ ਪ੍ਰੋਪਰਟੀ ਕਰਕੇ ਵੀ ਇਹਦੀਆਂ ਟਾਇਲਟਸ ਨੇ ਓਵਰਫਲੋ ਹੋ ਜਾਂਦੀਆਂ ਜੀ। ਤੇ ਉਹ ਭੈਣ ਜੀ ਉਹ ਕਾਰਪੈਟ ਰਿਪਲੇਸ ਕਰਵਾ ਗਏ ਜੀ। ਬਾਕੀ ਤੇ ਫਿਰ ਮਗਰੋਂ ਜੀ ਉਹਨਾਂ ਨੇ ਕੁੱਤਾ ਰੱਖਿਆ ਹੋਇਆ ਸੀ ਬੜਾ ਸਾਰਾ, ਬਿੱਲੀਆਂ ਵੀ ਸੀ ਉੱਥੇ ਭੈਣ ਜੀ। ਉਹ ਤੁਸੀਂ ਬਲੀਵ ਨਹੀਂ ਕਰ ਸਕਦੇ ਕਿੰਨਾ ਗੰਦ ਸੀ ਉੱਥੇ। ਉਹ ਕੁੱਤੇ ਦਾ ਗੰਦ ਤੇ ਉਹ ਬਿੱਲੀਆਂ ਦਾ ਕਿਸ ਤਰ੍ਹਾਂ ਮਤਲਬ ਚੁਕਵਾਇਆ, ਉੱਥੋਂ ਚੱਕਿਆ। ਕੁਛ ਸੰਗਤ ਦੇ ਪ੍ਰਾਣੀਆਂ ਨੇ ਮਦਦ ਕੀਤੀ। ਤੇ ਇੱਥੋਂ ਮੈਂ ਸੈਂਡੀਏਗੋ ਤੋਂ ਜਾਣਾ ਤੇ ਉਹਦੀ ਕਲੀਨਿੰਗ ਕੀਤੀ ਜੀ। ਕਲੀਨਿੰਗ ਕਰਕੇ ਜਦੋਂ ਭੈਣ ਜੀ ਉਹਨੂੰ ਕਿਰਾਏ ਤੇ ਦਿੱਤਾ ਅਸੀਂ, ਉਹ ਦੂਜੇ ਮਹੀਨੇ ਬੰਦੇ ਸੀ ਜਿਹੜੇ ਉੱਥੋਂ ਮੂਵ ਹੋ ਗਏ। ਕਹਿੰਦੇ ਜੀ ਇਲੈਕਟ੍ਰਿਸਿਟੀ ਕੰਮ ਨਹੀਂ ਕਰਦੀ, ਏਸੀ ਕੰਮ ਨਹੀਂ ਕਰਦਾ, ਜਿਹੜੀਆਂ ਟਾਇਲਟਸ ਨੇ ਓਵਰਫਲੋ ਹੋ ਜਾਂਦੀਆਂ। ਸੋ ਤੁਸੀਂ ਗੁਰਦੁਆਰੇ ਨੇ ਜਦੋਂ ਜਵਾਬ ਦੇ ਦਿੱਤਾ ਕਿ ਅਸੀਂ ਘਰ ਨਹੀਂ ਰੱਖਣਾ, ਸੋ ਤੁਸੀਂ ਡਿਸਾਈਡ ਕੀਤਾ ਕਿ ਇਹਨੂੰ ਹੁਣ ਕਿਰਾਏ ਤੇ ਪਾਇਆ ਜਾਵੇ ਤਾਂ ਕਿ ਇਹਦੀਆਂ ਪੇਮੈਂਟਾਂ ਚੱਲਦੀਆਂ ਰਹਿਣ। ਤੁਸੀਂ ਸੋਚਿਆ ਨਹੀਂ ਕਿ ਇਹਨੂੰ ਵੇਚ ਦਿੱਤਾ ਜਾਵੇ? ਕਿਉਂਕਿ ਮੈਨੂੰ ਕਮੇਟੀ ਜਿਹੜੀ ਹੁਣ ਉੱਥੇ ਕਮੇਟੀ ਆ, ਉੱਥੇ ਦੇ ਇੱਕ ਡਾਇਰੈਕਟਰ ਹੀ ਕਹਿ ਰਹੇ ਸੀ, ਉਹ ਆਪਣੇ ਆਪ ਨੂੰ ਜਤਿੰਦਰ ਸਿੰਘ, ਉਹਨਾਂ ਦੇ ਨਾਲ ਮੇਰੀ ਗੱਲਬਾਤ ਹੋਈ ਸੀ ਔਰ ਉਹਨਾਂ ਨੇ ਕਿਹਾ ਕਿ 2 ਵਾਰ ਇਸ ਘਰ ਨੂੰ ਸੇਲ ਤੇ ਲਾਇਆ ਗਿਆ। ਤੇ ਉਹਦੇ ਬਾਰੇ ਕਹਿੰਦੇ ਤੁਸੀਂ ਜ਼ਰੂਰ ਪੁੱਛਿਓ ਵੀ ਉਹ ਕਿਉਂ ਲਾਇਆ ਗਿਆ ਸੀ। ਭੈਣ ਜੀ ਜਿਸ ਵੇਲੇ ਇਹਨਾਂ ਨੇ ਜਵਾਬ ਦਿੱਤਾ ਨਾ ਜੀ ਵੀ ਅਸੀਂ ਨਹੀਂ ਲੈਣਾ, ਤੇ ਮੈਂ ਹੁਣ ਸੈਂਡੀਏਗੋ ਰਹਿਣਾ, ਸਾਨੂੰ ਕੋਈ ਜ਼ਰੂਰਤ ਨਹੀਂ ਸੀ ਪ੍ਰਾਪਰਟੀ ਦੀ। ਮੈਂ ਸੋਚਿਆ ਵੀ ਇਹਨੂੰ ਵੇਚ ਦਿੰਦੇ ਆ। ਉੱਥੇ ਜਿਹੜੀ ਲੋਕਲ ਕਮਿਊਨਿਟੀ ਦੇ ਬੰਦੇ ਸੀ ਉਹ ਸੇਲ ਤੇ, ਉਹਨਾਂ ਨੂੰ ਕਿਹਾ ਵੀ ਘਰ ਵੇਚ ਦਿਓ। ਜਿਹੜੇ ਕੁਛ 1-2 ਬੰਦੇ ਸੀ ਵੀ ਭਾਈ ਵਿੱਚੋਂ ਉਹਨੂੰ ਕਿਵੇਂ, ਕਾਫੀ ਬੰਦਿਆਂ ਨੂੰ ਮਿਲੇ। ਮੈਂ ਵੀ ਪਰਸਨਲ ਅਪਰੋਚ ਕੀਤੀ, ਏਜੰਟ ਨਾਲ ਵੀ ਲਿਸਟਿੰਗ ਕੀਤੀ। ਫਿਰ ਭੈਣ ਜੀ ਪ੍ਰੋਬਲਮ ਇਹ ਆ ਜਾਂਦੀ ਸੀ, ਜਿੰਨੇ ਦਾ ਵਿਕਦਾ ਸੀ ਉਹ ਜਿਹੜਾ ਲੋਨ ਸੀ ਉਹਦੇ ਨਾਲੋਂ ਘੱਟ ਦਾ ਵਿਕਦਾ ਸੀ। ਸਾਡਾ ਫਿਰ ਕ੍ਰੈਡਿਟ ਜਿਹੜਾ ਸੀ ਖਰਾਬ ਹੁੰਦਾ ਸੀ। ਅਸੀਂ ਕੀ ਕਰਦੇ, ਲੋਨ ਕਿੱਥੋਂ ਦਿੰਦਾ ਮੈਂ ਜਿਹੜਾ $1 ਘੱਟ ਵਿਕਦਾ ਸੀ। ਫਿਰ ਅਸੀਂ ਸੋਚਿਆ ਵੀ ਇਹ ਵੇਚਣ ਦਾ ਕੋਈ ਆਈਡੀਆ ਨਹੀਂ, ਚਲੋ ਇਹਨੂੰ ਇਸ ਤਰ੍ਹਾਂ ਹੀ ਕਰਕੇ ਇਹਨੂੰ ਕਿਰਾਏ ਤੇ ਦੇ ਕੇ ਨਾ ਪੇਮੈਂਟਾਂ ਕੈਰੀ ਔਨ ਰੱਖਦੇ ਆ, ਫਿਰ ਦੇਖਦੇ ਆ। ਫਿਰ ਭੈਣ ਜੀ ਇੱਕ ਸਟੇਜ ਇਹੀ ਜੀ ਆ ਗਈ, ਫਿਰ ਅਸੀਂ ਸੋਚਿਆ ਚਲੋ ਉਹਨੂੰ ਬੈਂਕ ਨੂੰ ਛੱਡ ਦਿੰਦੇ ਆ, ਦੈਟਸ ਓਕੇ, ਕੋਈ ਗੱਲ ਨਹੀਂ, ਕ੍ਰੈਡਿਟ ਹੁਣ ਖਰਾਬ ਹੋ ਗਿਆ, ਹੁਣ ਅਸੀਂ ਕੀ ਕਰਾਂਗੇ ਹਨਾ। ਤੇ ਪ੍ਰਾਪਰਟੀ ਫੋਰਕਲੋਜ਼ਰ ਦੇ ਵਿੱਚ ਚਲੀ ਗਈ। ਫਿਰ ਨਾ ਭੈਣ ਜੀ ਜਦੋਂ ਸੇਲ ਹੋਣੀ ਸੀ ਇਹਦੀ ਫੋਰਕਲੋਜ਼ਰ ਤੋਂ 1 ਵੀਕ ਪਹਿਲਾਂ ਮੈਨੂੰ ਨਾ ਜੀ ਮੈਂ ਤਾਂ ਉਹਨੂੰ ਸਾਧੂ ਹੀ ਕਹੂੰਗਾ ਬੰਦੇ ਨੂੰ ਨਾ ਜੀ, ਮੈਨੂੰ ਉਹ ਮਿਲੇ ਤਾਂ ਮੈਨੂੰ ਭੈਣ ਜੀ ਉਹ ਕਹਿੰਦੇ ਇਕਬਾਲ ਸਿੰਘ ਤਾਂ ਗੁਰਦੁਆਰੇ ਵਾਸਤੇ ਲਿਆ ਸੀ, ਇਹ ਗੁਰੂ ਘਰ ਹੈ, ਵੀ ਜੇ ਮਹਾਰਾਜ ਤੈਨੂੰ ਰੋਟੀ ਦਿੰਦਾ ਇਹ ਘਰ ਫੋਰਕਲੋਜ਼ਰ 'ਚ ਨਹੀਂ ਜਾਣਾ ਚਾਹੀਦਾ, ਵੀ ਤੂੰ ਜੋ ਮਰਜ਼ੀ ਕਰ ਹੈ ਜੀ। ਮੈਂ ਨਾ ਉਹਨੂੰ ਕਿਹਾ, ਮੈਂ ਜੀ ਤੁਸੀਂ ਅਰਦਾਸ ਕਰੋ। ਮੈਨੂੰ ਕਹਿੰਦੇ ਅਰਦਾਸ ਕਰਾ ਲੈਣੀ ਸੌਖੀ ਆ, ਨਿਭਾਉਣੀ ਬੜੀ ਔਖੀ ਆ। ਜੇ ਤੂੰ ਮੈਨੂੰ ਬਚਨ ਕਰਦਾ ਵੀ ਨਿਭਾਏਂਗਾ, ਮੈਂ ਤੇਰੀ ਅਰਦਾਸ ਕਰਦਾ। ਭੈਣ ਜੀ ਉਹਨਾਂ ਨੇ ਅਰਦਾਸ ਕੀਤੀ, ਮਹਾਰਾਜ ਦਾ ਹੁਕਮ ਆਇਆ ਵੀ ਤੁਸੀਂ ਕੇਸ ਕਰੋ, ਤੁਸੀਂ ਘਰ ਰੱਖਣਾ ਇਹ। ਤੇ ਮੈਂ ਕਿਹਾ, ਮੈਨੂੰ ਕਹਿੰਦੇ ਜੀ ਇਕਬਾਲ ਸਿੰਘ ਮਹਾਰਾਜ ਤੇਰੇ ਨਾਲ ਨੇ, ਤੂੰ ਇਹਦੇ ਤੇ ਕੇਸ ਕਰ, ਇਹ ਗੁਰੂ ਘਰ ਦਾ ਘਰ ਆ, ਇਹ ਗੁਰੂ ਘਰ ਆ ਇਹ।
ਫਿਰ ਭੈਣ ਜੀ ਅਸੀਂ ਕੇਸ ਕੀਤਾ, ਮਤਲਬ ਇੰਨੀ ਗੱਲ ਤੋਂ ਬਾਅਦ। ਹੁਣ ਤੇ ਉਹ ਕੌਣ ਸਨ ਜਿਹੜੇ ਤੁਹਾਨੂੰ ਮਿਲੇ ਸੀ? ਕਿ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਸੀ ਕੋਈ ਜਿਹੜੇ ਇਨਸਾਨ ਤੁਹਾਨੂੰ ਮਿਲੇ ਜਿਨ੍ਹਾਂ ਨੇ ਤੁਹਾਨੂੰ ਕਿਹਾ ਕਿ ਤੁਸੀਂ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰੋ ਕਿ ਇਹ ਘਰ ਰੱਖਣਾ ਜਾਂ ਨਹੀਂ ਰੱਖਣਾ? ਨਹੀਂ ਭੈਣ ਜੀ, ਅਰਦਾਸ ਉਹਨਾਂ ਨੇ ਕੀਤੀ, ਗੁਰੂ ਘਰ ਜਾਂਦੇ ਸੀ। ਵੈਸੇ ਸੰਗਤ ਦੇ ਪ੍ਰਾਣੀ ਨੇ ਜੀ, ਉਹ ਅਜੇ ਵੀ ਉੱਥੇ ਹੀ ਰਹਿੰਦੇ ਨੇ ਜੀ। ਅੱਜ ਵੀ ਮੇਰੀ ਉਹਨਾਂ ਨਾਲ ਗੱਲ ਹੋਈ ਸੀ, ਉਹ ਮੈਨੂੰ ਕਹਿੰਦੇ ਇਕਬਾਲ ਸਿੰਘ ਢਿੱਲ ਨਾ ਛੱਡੀ, ਮਹਾਰਾਜ ਤੇਰੇ ਅੰਗ ਸੰਗ ਨੇ, ਵੀ ਤੂੰ ਘਬਰਾਉਣਾ ਨਹੀਂ। ਤੁਸੀਂ ਅਪਸੈਟ ਹੋ ਗਏ, ਭਾਵੁਕ ਹੋ ਗਏ। ਮੈਨੂੰ ਪਤਾ ਜਦੋਂ ਅਸੀਂ ਕੋਈ ਇਹੋ ਜੀ ਮਨ ਚ ਸ਼ਰਧਾ ਲੈ ਕੇ ਗੁਰਦੁਆਰਾ ਸਾਹਿਬ ਦੇ ਲਈ ਕੋਈ ਪ੍ਰਾਪਰਟੀ ਲਈ ਹੋਵੇ, ਉਹਦੇ ਨਾਲ ਸਾਡੀ ਭਾਵਨਾ ਸ਼ਰਧਾ ਜੁੜ ਜਾਂਦੀ ਆ, ਤੇ ਫਿਰ ਉਹ ਜਦੋਂ ਇਹੋ ਜਿਹੇ ਹਾਲਾਤ ਪੈਦਾ ਹੋ ਜਾਂਦੇ ਆ ਤੇ ਓਬਵੀਅਸਲੀ ਮਨ ਵੀ ਭਰਦਾ ਆ ਤੇ ਪਰੇਸ਼ਾਨ ਵੀ ਹੁੰਦਾ ਕਿ ਆਖਰ ਗੁਰੂ ਘਰਾਂ ਦੇ ਵਿੱਚ ਹੀ ਇਹੋ ਜਿਹਾ ਕਿਉਂ ਕੁਝ ਹੋ ਰਿਹਾ। ਤੇ ਪਰ ਫਿਰ ਹੁਣ ਜਦੋਂ ਉਸ ਤੋਂ ਬਾਅਦ ਫਿਰ ਜਦੋਂ ਫੋਰਕਲੋਜ਼ਰ ਦੇ ਲਈ ਘਰ ਗਿਆ ਸੀ ਤੇ ਫਿਰ ਕੀ ਫੈਸਲਾ ਉਸ ਤੋਂ ਬਾਅਦ ਕੀ ਹੋਇਆ? ਫਿਰ ਭੈਣ ਜੀ ਜਦੋਂ ਮੈਨੂੰ ਉਹਨਾਂ ਨੇ ਜੀ, ਮੈਂ ਉੱਥੇ ਫਰੀਦਕੋਟ ਗਿਆ ਜੀ, ਉਹਨਾਂ ਨੇ ਅਰਦਾਸ ਕੀਤੀ, ਮਹਾਰਾਜ ਦਾ ਹੁਕਮ ਆਇਆ, ਹੁਕਮ ਲੈ ਕੇ ਮੈਨੂੰ ਕਹਿੰਦੇ ਵੀ ਨਹੀਂ, ਵੀ ਤੁਸੀਂ ਇਹਨੂੰ ਜੋ ਮਰਜ਼ੀ ਕਰੋ, ਇਹ ਘਰ ਤੁਸੀਂ ਜਾਣ ਨਹੀਂ ਦੇਣਾ ਨਾ। ਫਿਰ ਜੀ ਅਸੀਂ ਫੋਰਕਲੋਜ਼ਰ ਦੇ ਵਿੱਚ ਉਹਦਾ $22,000 ਦੇ ਕੇ ਉਹਨੂੰ ਫੋਰਕਲੋਜ਼ਰ ਤੋਂ ਵਾਪਸ ਕੱਢ ਲਿਆ ਜੀ। ਵਾਪਸ ਲਿਆ ਕੇ ਜੀ ਫਿਰ ਉਹਨਾਂ ਨੇ ਬੜੀ ਮੇਰੀ ਮਦਦ ਕੀਤੀ, ਜਿੰਨੀ ਜਣੀ ਮਦਦ ਕਰ ਸਕਦੇ ਸੀ ਉਹਨਾਂ ਨੇ ਕੀਤੀ ਵਿਚਾਰਿਆਂ ਨੇ। 22,000 ਤੁਸੀਂ ਦਿੱਤਾ ਜਾਂ ਕਿ ਸੰਗਤ ਨੇ ਤੁਹਾਡੀ ਮਦਦ ਕੀਤੀ? ਨਹੀਂ ਜੀ, ਕੋਲੋਂ ਦਿੱਤਾ ਜੀ ਸਾਰਾ ਜੀ। ਜੀ ਕੋਲੋਂ ਦੇ ਕੇ ਫਿਰ ਫੋਰਕਲੋਜ਼ਰ ਚੋਂ ਕੱਢ ਲਿਆ ਜੀ, ਕੱਢ ਕੇ ਜੀ ਤੇ ਫਿਰ ਉਹਨਾਂ ਨੇ ਮਦਦ ਕੀਤੀ ਉਹਨੂੰ ਰੈਂਟ ਕਰਨ ਦੇ ਵਿੱਚ। ਫਿਰ ਉੱਥੇ ਹੁਣ ਉਹ ਰੈਂਟ ਹੋ ਗਿਆ ਜੀ। ਹੁਣ ਜਿਹੜੀ ਫਸਟ ਮੌਰਗੇਜ ਆ ਉਹ ਕਰੰਟ ਚੱਲਦੀ ਆ ਜੀ, ਉਹਦੀ ਸੈਕੰਡ ਮੌਰਗੇਜ ਆ ਅਸੀਂ ਬਿਹਾਈਂਡ ਆ ਜੀ, ਉਹ ਨਹੀਂ ਦਿੱਤੀਆਂ ਪੇਮੈਂਟਾਂ, ਤਕਰੀਬਨ 2.5-3 ਸਾਲ ਹੋ ਗਏ ਜੀ। ਤੇ ਉਹ ਸੰਗਤ ਵੱਲੋਂ ਕੀ ਕਿਹਾ ਜਾ ਰਿਹਾ? ਜਿਹੜੀ ਫਰੈਜ਼ਨੋ ਦੀ ਸੰਗਤ ਆ, ਜਿਹੜੀ ਗੁਰੂ ਨਾਨਕ ਪ੍ਰਕਾਸ਼ ਗੁਰਦੁਆਰਾ ਸਾਹਿਬ ਜਾਂਦੀ ਆ ਸੰਗਤ, ਉਹਨਾਂ ਦਾ ਤੁਹਾਨੂੰ ਕਿੰਨਾ ਕੁ ਸਹਿਯੋਗ ਆ? ਕੀ ਕਹਿ ਰਹੇ ਨੇ ਤੁਹਾਨੂੰ ਲੋਕ? ਭੈਣ ਜੀ ਉਹ ਜਿਹੜੀ ਪੁਰਾਣੀ ਸੰਗਤ, ਜਿਸ ਤਰ੍ਹਾਂ ਸਾਰੇ ਜਾਣਦੇ ਆ, ਸਾਰੇ ਬਹੁਤ ਫੋਨ ਆਉਂਦੇ ਸੰਗਤ ਦੇ ਜੀ। ਜਿਸ ਤਰ੍ਹਾਂ ਕਿ ਮਤਲਬ ਜਦੋਂ ਜਾਂਦੇ ਆ ਸੰਗਤ ਸਾਰੀ ਕਹਿੰਦੀ ਆ। ਜਦੋਂ ਭੈਣ ਜੀ ਇਹ ਗੱਲ ਹੋਈ ਆ, ਮੈਨੂੰ ਸੰਗਤ ਨੇ ਬਹੁਤ ਕਿਹਾ ਤੁਸੀਂ ਇੱਥੇ ਆਓ, ਆਪਾਂ ਇਹਨਾਂ ਨਾਲ ਗੱਲ ਕਰਦੇ ਆ। ਭੈਣ ਜੀ ਮੈਂ ਨਹੀਂ ਚਾਹੁੰਦਾ ਗੁਰੂ ਘਰ 'ਚ ਕੋਈ ਲੜਾਈ ਝਗੜਾ ਹੋਵੇ। ਸੰਗਤ ਨੇ ਮੈਨੂੰ ਇੱਥੋਂ ਤੱਕ ਕਿਹਾ ਤੁਸੀਂ ਆਓ, ਆਪਾਂ ਗੁਰੂ ਘਰ ਨੂੰ ਇੱਦਾਂ ਕਰ ਦਿੰਦੇ ਆ। ਫਿਰ ਮੈਨੂੰ ਇਹੀ ਸੀਗਾ ਜੀ, ਮੈਂ ਕਿਹਾ ਚਲੋ ਸ਼ਾਇਦ ਵੀ ਸੰਤ ਬਾਬਾ ਹਰਨਾਮ ਸਿੰਘ ਜੀ ਇਸ ਗੱਲ ਨੂੰ, ਕਿਉਂ ਮੈਂ ਵੀ ਟਕਸਾਲ ਨਾਲ ਸੰਬੰਧਿਤ ਪਰਿਵਾਰ ਹੈ ਜੀ, ਚਲੋ ਉਹ ਵੀ ਜਿਸ ਤਰ੍ਹਾਂ ਹੋ ਸਕਦਾ ਸਾਡੀ ਗੱਲ ਕਿਸੇ ਤਰੀਕੇ ਦੇ ਨਾਲ ਇਹ ਨਜਿੱਠੀ ਜਾਵੇ ਗੱਲ ਜੀ। ਜੀ ਤੇ ਜਿਹੜੇ ਬਾਬਾ ਹਰਨਾਮ ਸਿੰਘ ਜੀ ਆ ਜਿਨ੍ਹਾਂ ਨੇ ਕਮੇਟੀ ਚੇਂਜ ਕੀਤੀ ਆ, ਉਹਨਾਂ ਦੀ ਮਾਨਤਾ, ਉਹਨਾਂ ਨੂੰ ਲੋਕੀ ਉਹਨਾਂ ਦੀ ਗੱਲ ਮੰਨਦੇ ਆ, ਉਹਨਾਂ ਦੇ ਕਹੇ ਤੇ ਚੱਲਦੇ ਆ, ਤੇ ਤੁਸੀਂ ਉਹਨਾਂ ਦੇ ਨਾਲ ਕੋਈ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ? ਉਹਨਾਂ ਨੇ ਕਿਸੇ ਤਰ੍ਹਾਂ ਇਹਦੇ ਵਿੱਚ ਇਨਵੋਲਵ ਹੋ ਕੇ ਇਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕੀਤੀ? ਭੈਣ ਜੀ ਮੈਂ ਆਪਣੇ ਤੌਰ ਤੇ ਨਾ ਇੰਡੀਆ ਜਾ ਕੇ ਬੜੀ ਕੋਸ਼ਿਸ਼ ਕੀਤੀ ਉਹਨਾਂ ਨੂੰ ਮਿਲਣ ਦੀ। ਪਹਿਲਾਂ ਉਹ ਸਮਾਗਮਾਂ ਦੇ ਵਿੱਚ ਬਿਜੀ ਸੀ, ਮੈਨੂੰ ਨਹੀਂ ਮਿਲ ਸਕੇ। ਫਿਰ ਜਦੋਂ ਹੁਣ ਆਪਣੇ ਕੋਲ ਜਦੋਂ ਇੱਥੋਂ ਜਾਂਦੇ ਆਪਣੇ ਕੋਲ ਲਿਮਟਿਡ ਟਾਈਮ ਹੁੰਦਾ ਜੀ, ਫਿਰ ਜਦੋਂ ਮੈਂ ਵੀ ਥੋੜਾ ਜਿਹਾ ਬਿਜ਼ੀ ਹੋ ਗਿਆ, ਫਿਰ ਮੈਂ ਸੋਚਿਆ ਚਲੋ ਵੀ ਸ਼ਾਇਦ ਉਹ ਸੰਤ ਬਾਬਾ ਜਰਨੈਲ ਸਿੰਘ ਦੇ ਬਰਥਡੇ ਉਹਨਾਂ ਦਾ ਮਨਾਉਂਦੇ, ਉਹ 'ਚ ਬਿਜੀ ਸੀਗੇ। ਫਿਰ ਜਦੋਂ ਮੈਂ ਸੋਚਿਆ ਵੀ ਚਲੋ ਵਿਹਲੇ ਹੋ ਜਾਣਗੇ ਮੈਂ ਕਾਲ ਕਰੂੰਗਾ, ਫਿਰ ਮੈਂ ਉਹਨਾਂ ਨੂੰ ਕਾਲ ਕੀਤੀ ਤਾਂ ਮੈਨੂੰ ਸਿੰਘ ਕਹਿੰਦਾ ਜੀ ਉਹ ਬੰਬੇ ਨੂੰ ਚਲੇ ਗਏ ਜੀ। ਮੈਂ ਕਿਹਾ ਕਦੋਂ ਵਾਪਸ ਆਉਣਾ? ਕਹਿੰਦਾ ਜੀ ਪ੍ਰੋਗਰਾਮ 10 ਦਿਨ ਦਾ, ਪਰ ਵੱਧ ਸਕਦਾ ਵੀ ਤਕਰੀਬਨ ਵੱਧ ਜਾਂਦਾ ਹੁੰਦਾ। ਫਿਰ ਮੈਨੂੰ ਕੋਈ ਪੱਕਾ ਕੋਈ ਸਕੈਜੂਲ ਨਹੀਂ ਸੀ। ਫਿਰ ਮੈਂ ਸੋਚਿਆ ਚਲੋ ਮੈਂ ਜੀ ਉੱਥੇ ਸਿੰਘ ਨੂੰ ਸੁਨੇਹਾ ਛੱਡ ਕੇ ਆਇਆ ਵੀ ਇਸ ਤਰ੍ਹਾਂ ਕਰਕੇ ਪ੍ਰੋਬਲਮ ਆ, ਤੁਸੀਂ ਉਹਨਾਂ ਨੂੰ ਬੇਨਤੀ ਕਰਿਓ। ਫਿਰ ਮੈਂ ਵਾਪਸ ਆ ਗਿਆ। ਵਾਪਸ ਆ ਕੇ ਮੈਂ ਸਿੰਘ ਨੂੰ ਫੋਨ ਕੀਤਾ, ਉਹ ਕਹਿੰਦਾ ਜੀ ਤੁਹਾਡਾ ਸੁਨੇਹਾ ਦੇਤਾ ਸੀਗਾ ਵੀ ਬਾਕੀ ਬਾਬਾ ਜੀ ਦੀ ਮਰਜ਼ੀ ਆ ਜੀ। ਫਿਰ ਜੀ ਇੱਥੋਂ ਜਿਹੜੇ 1-2 ਬੰਦੇ ਉਹਨਾਂ ਦੇ ਕਾਫੀ ਪਿਆਰ ਵਾਲੇ ਸੀਗੇ, ਉਹਨਾਂ ਨੂੰ ਮੈਂ ਜਾਤੀ ਤੌਰ ਤੇ ਉਹਨਾਂ ਦੇ ਜਾਣੀ ਸਭ ਤੋਂ ਦੂਰ ਰਹਿੰਦੇ ਨੇ ਜੀ ਰਿਵਰ ਸਾਈਡ, ਉਹਨਾਂ ਨੂੰ ਜਾ ਕੇ ਬੇਨਤੀ ਕੀਤੀ। ਤੇ ਇੱਕ ਵੇਕਰਸਫੀਲਡ ਰਹਿੰਦੇ ਨੇ, ਉਹਨਾਂ ਨੇ ਜਾ ਕੇ ਉਹਨਾਂ ਨੂੰ ਬੇਨਤੀ ਕੀਤੀ। ਉਹ ਕਹਿੰਦੀ ਜਿਹੜੀ ਕਮੇਟੀ ਆ ਉਹ ਆਲੇ ਨਾਲ ਆ, ਉਹ ਜੋ ਕਰੂਗੀ ਅਸੀਂ ਉਹਨਾਂ ਦੇ ਨਾਲ ਆ ਜੀ, ਵੀ ਅਸੀਂ ਕੁਝ ਨਹੀਂ ਕਰ ਸਕਦੇ, ਮੈਨੇਜਮੈਂਟ ਜੋ ਕਰਦੀ ਆ ਉਹ ਠੀਕ ਕਰ ਰਹੀ ਆ ਜੀ। ਜੀ ਤੇ ਹੁਣ ਜਿਹੜਾ ਤੁਸੀਂ ਕੇਸ ਕੀਤਾ ਹੈਗਾ ਆ, ਤੇ ਤੁਸੀਂ ਬੂਟਾ ਸਿੰਘ ਚਹਿਲ ਹੋਣਾ ਤੇ ਜਾਂ ਗੁਰਦੁਆਰਾ ਸਾਹਿਬ ਤੇ ਕਿਹਦੇ ਤੇ ਕੀਤਾ ਹੈਗਾ ਆ, ਉਹਦੇ ਬਾਰੇ ਦੱਸੋ ਥੋੜਾ ਜਿਹਾ। ਜਿਹੜੀ ਭੈਣ ਜੀ ਐਕਚੁਅਲੀ ਲਾ ਸੂਟ ਸੀ ਇਹ ਡਾਕਟਰ ਬੂਟਾ ਸਿੰਘ ਤੇ ਹੀ ਹੋਣੀ ਸੀ, ਕਿ ਉਹਨਾਂ ਨੇ ਮੇਰੇ ਨਾਲ ਇਹ ਜਿਹੜਾ ਵਰਬਲ ਐਗਰੀਮੈਂਟ ਕੀਤਾ ਸੀ ਡਾਕਟਰ ਬੂਟਾ ਸਿੰਘ ਤੇ ਬਲਵੀਰ ਸਿੰਘ ਖੋਸਾ ਦੋਨਾਂ ਤੇ ਕੀਤੀ ਸੀ, ਤੇ ਨਾਲ ਗੁਰਦੁਆਰਾ ਸਾਹਿਬ ਤੇ ਕਰਨੀ ਸੀ ਜੀ। ਤੇ ਫਿਰ ਜੀ ਜਿਹੜਾ ਬਲਵੀਰ ਸਿੰਘ ਖੋਸਾ ਤੇ ਡਾਕਟਰ ਬੂਟਾ ਸਿੰਘ ਤੇ ਉਹਨਾਂ ਦੇ ਅਟਾਰਨੀ ਨੇ ਜੀ ਫਿਰ ਸਾਡੇ ਅਟਾਰਨੀ ਨਾਲ ਡੀਲ ਕਰ ਲਈ ਵੀ ਅਸੀਂ ਤੁਹਾਡੇ ਵਿਟਨੈਸ ਬਣ ਜਾਂਦੇ ਆ, ਵੀ ਤੁਸੀਂ ਇਹਦੀ ਡਿਸਮਿਸ ਕਰ ਦਿਓ ਜੀ, ਵੀ ਅਸੀਂ ਐਗਰੀ ਕਰਦੇ ਹਾਂ ਵੀ ਗੁਰੂ ਘਰ ਵਾਸਤੇ ਲਿਆ ਤੇ ਸਾਡੇ ਕਹਿਣ ਤੇ ਲਿਆ ਸੀਗਾ ਜੀ। ਤੇ ਜੀ ਉਹ ਫਿਰ ਇਸ ਤਰ੍ਹਾਂ ਕਰਕੇ ਉਹ ਹੁਣ ਇਸ ਵੇਲੇ ਉਹ ਹੈਗੇ ਨੇ ਸਾਨੂੰ ਸਾਡੇ ਅਟਾਰਨੀ ਨੂੰ ਕੋਆਪਰੇਟ ਕਰ ਰਹੇ ਨੇ ਜੀ। ਤੇ ਜਿਹੜਾ ਗੁਰੂ ਘਰ ਦੇ ਉੱਤੇ ਜਿਹੜਾ ਕੇਸ ਹੈਗਾ ਹੁਣ ਉਹ ਚੱਲ ਰਿਹਾ ਜੀ। ਜੀ ਤੇ ਗੁਰਦੁਆਰਾ ਸਾਹਿਬ ਵੱਲੋਂ ਕੀ ਤੁਹਾਡੇ ਨਾਲ ਬਾਅਦ ਵਿੱਚ ਕਮੇਟੀ ਵੱਲੋਂ ਕੰਟੈਕਟ ਕੀਤਾ ਗਿਆ ਜਦੋਂ ਤੁਸੀਂ ਕੇਸ ਕੀਤਾ ਸੀ ਵੀ ਜਾਂ ਉਹ ਬੈਠ ਕੇ ਇਹਨੂੰ ਨਜਿੱਠਣਾ ਚਾਹੁੰਦੇ ਆ ਜਾਂ ਕੋਰਟ ਕਚਹਿਰੀ ਦੇ ਵਿੱਚ ਨਹੀਂ ਜਾਣਾ ਚਾਹੁੰਦੇ?
ਨਹੀਂ ਭੈਣ ਜੀ, ਉਹਨਾਂ ਨੇ ਕਦੇ ਵੀ ਮੇਰੇ ਨਾਲ ਡਾਇਰੈਕਟ ਜਾਂ ਇਨਡਾਇਰੈਕਟ ਕਦੇ ਕੰਟੈਕਟ ਨਹੀਂ ਕੀਤਾ। ਸਗੋਂ ਜੀ ਬਹੁਤ ਮਤਲਬ ਹੋਰ ਤਰ੍ਹਾਂ ਦੀਆਂ ਗੱਲਾਂ ਬਹੁਤ ਹੁੰਦੀਆਂ ਜੀ। ਤੇ ਜਿਸ ਤਰ੍ਹਾਂ ਹੁਣ ਸਾਡਾ ਡੈਪੂਟੇਸ਼ਨ ਹੋਇਆ ਸੀ, ਉੱਥੇ ਮਤਲਬ 2 ਡਾਇਰੈਕਟਰਸ ਨੇ, ਮਤਲਬ ਉਹਨਾਂ ਨੇ ਇਹ ਗੱਲ ਕਹੀ, ਤੂੰ ਕੇਸ ਹਾਰ ਜਾਣਾ, ਤੇਰਾ ਝੂਠਾ ਕੇਸ ਹੈ। ਜਾਣਦੇ ਨੇ ਸਾਰੇ ਜੀ, ਅਸੀਂ ਸਾਰੇ ਇੱਕ ਦੂਜੇ ਨੂੰ ਜਾਣਦੇ ਸੀ ਪਹਿਲਾਂ ਵੀ ਉੱਥੇ, ਵੀ ਤੂੰ ਏਦਾਂ ਕਰਨਾ। ਤੇ ਜਿਸ ਤਰ੍ਹਾਂ ਕਿ ਮਤਲਬ ਉਹ ਹੁਣ ਆਮ ਹੀ ਪਬਲਿਕ ਦੇ ਵਿੱਚ ਵੀ ਇਹੀ ਗੱਲ ਕਹਿੰਦੇ ਨੇ, ਉਹ ਝੂਠਾ ਕੇਸ ਕੀਤਾ, ਉਹਨੇ ਹਾਰ ਜਾਣਾ। ਪਤਾ ਨਹੀਂ ਜੀ ਮਹਾਰਾਜ ਨੇ ਕੀ ਕਰਾਉਣਾ, ਜਿੱਤ ਹਾਰ ਤੇ ਹੁਣ ਉਹਦੇ ਹੱਥ ਵੱਸ ਹੈ ਜੀ। ਹੁਣ ਆਪਾਂ ਤੇ ਤੁਸੀਂ ਹੁਣ ਕੀ ਮੈਸੇਜ ਦੇਣਾ ਚਾਹੁੰਦੇ ਆ ਸਿੱਖ ਸੰਗਤਾਂ ਨੂੰ, ਕੀ ਆਪਣੇ ਵੱਲੋਂ ਕਮਿਊਨਿਟੀ ਨੂੰ ਮੈਸੇਜ ਦੇਣਾ ਚਾਹੁੰਦੇ ਆ? ਕੀ ਤੁਸੀਂ ਚਾਹੁੰਦੇ ਆ ਕਿ ਇਸ ਤਰ੍ਹਾਂ ਤੁਹਾਡਾ ਸੰਗਤ ਸਾਥ ਦੇ ਸਕਦੀ ਆ? ਕੀ ਮੈਸੇਜ ਤੁਸੀਂ ਸਾਡੇ ਇਸ ਮਾਧਿਅਮ ਰਾਹੀਂ ਲੋਕਾਂ ਨੂੰ ਦੇਣਾ ਚਾਹੁੰਦੇ ਹੋ? ਪਹਿਲਾਂ ਤੇ ਭੈਣ ਜੀ ਮੈਂ ਇਹ ਹਰ ਗੁਰਸਿੱਖ ਪ੍ਰਾਣੀ ਨੂੰ ਇਹ ਬੇਨਤੀ ਕਰਨੀ ਮੰਗਦਾ ਵੀ ਜਦੋਂ ਵੀ ਤੁਸੀਂ ਕਿਤੇ ਸਾਈਨ ਕਰ ਰਹੇ ਹੋ ਤਾਂ ਬਿਲਕੁਲ ਕਿਸੇ ਦੀ ਗੱਲ 'ਚ ਨਾ ਆਓ। ਆਪਣਾ ਇੰਡੀਪੈਂਡੈਂਟ ਫੈਸਲਾ ਲਾਓ ਤੇ ਉਹਨੂੰ ਬਿਲਕੁਲ ਉਹਦਾ ਰਿਟਨ ਕੰਟਰੈਕਟ ਕਰੋ ਥਰੂ ਪ੍ਰੋਪਰ ਚੈਨਲ ਅਟਾਰਨੀ ਦੇ ਨਾਲ ਜਾ ਕੇ। ਹੁਣ ਮੈਂ ਇਹ ਫੇਸ ਕਰ ਰਿਹਾ ਵੀ ਤੇਰਾ ਕੋਈ ਰਿਟਨ ਕੰਟਰੈਕਟ ਨਹੀਂ ਹੈ, ਵਰਬਲ ਐਗਰੀਮੈਂਟ ਹੈ ਜਿਹੜਾ ਕੋਈ ਉਹਦੀ ਵੈਲਿਡਿਟੀ ਨਹੀਂ ਹੈਗੀ ਨਾ ਜੀ। ਤੇ ਚਲੋ ਇਹਨਾਂ ਨੇ 11 ਸਾਲ ਪੇਮੈਂਟਾਂ ਦਿੱਤੀਆਂ, ਸਾਡੇ ਕੋਲ ਐਵੀਡੈਂਸ ਹੈਗੇ ਨੇ, ਚੈੱਕਸ ਕਾਪੀਆਂ ਲਾਈਆਂ ਨੇ ਵਿੱਚ। ਦੂਸਰੀ ਗੱਲ ਇਹ ਹੈ ਜੀ ਵੀ ਤੁਸੀਂ ਵੀ ਹੁਣ ਮੈਂ ਓਨੈਸਟਲੀ ਆਮ ਰੀਲੀ ਹਰਟਿੰਗ। ਮੇਰੇ 2 ਬੱਚੇ ਨੇ, ਇੱਕ ਬੱਚਾ ਯੂਨੀਵਰਸਿਟੀ ਜਾਂਦਾ, ਦੂਜੇ ਨੇ ਅਗਲੇ ਸਾਲ ਯੂਨੀਵਰਸਿਟੀ ਚਲੇ ਜਾਣਾ। ਤੁਹਾਨੂੰ ਪਤਾ ਫੈਮਿਲੀ ਰਨ ਕਰਨੀ ਨਾ ਮੁਲਕਾਂ ਦੇ ਵਿੱਚ ਕਿੰਨੀ ਮੁਸ਼ਕਲ ਹੈ ਨਾ। ਤੇ ਜਦੋਂ ਇਸ ਤਰ੍ਹਾਂ ਦਾ ਉੱਤੇ ਕੇਸ ਹੈ ਨਾ ਜੀ, ਪਹਿਲਾਂ ਘਰ ਦੀ ਮੇਨਟੇਨੈਂਸ ਕਰਵਾਈ, ਸਾਰਾ ਕੁਝ। ਦੂਸਰੀ ਗੱਲ ਹੈ ਵੀ ਜਿਹੜੀ ਮੈਂ ਕਮਿਊਨਿਟੀ ਨੂੰ ਇਹ ਰਿਕੁਐਸਟ ਕਰਦਾ, ਸਾਰਿਆਂ ਨੂੰ ਬੇਨਤੀ ਕਰਦਾ ਵੀ ਤੁਸੀਂ ਸੱਚ ਦੇ ਨਾਲ ਖੜੋ। ਸਾਰਿਆਂ ਨੂੰ ਮੇਰੀ ਹੱਥ ਜੋੜ ਕੇ ਇਹ ਬੇਨਤੀ ਹੈ ਵੀ ਤੁਸੀਂ, ਜੇ ਮੇਰੇ 'ਚ ਕਸੂਰ ਆ, ਮੈਨੂੰ ਸੰਗਤ ਜਿੱਥੇ ਮਰਜ਼ੀ ਬੁਲਾ ਲੇ, ਮੇਰੇ ਜੋ ਸੰਗਤ ਮੈਨੂੰ ਸਜ਼ਾ ਦਊਗੀ ਮੈਂ ਝੱਲਣ ਵਾਸਤੇ ਤਿਆਰ ਹਾਂ। ਜੋ ਵੀ ਮੈਨੂੰ ਸੰਗਤ ਸਜ਼ਾ ਲਾਵੇ, ਵੀ ਸੱਚ ਦੇ ਨਾਲ ਖੜੋ, ਵੀ ਝੂਠ ਦੀ ਬਿਲਕੁਲ ਸਪੋਰਟ ਨਾ ਕਰੋ, ਬਿਲਕੁਲ ਝੂਠ ਦੇ ਨਾਲ ਨਾ ਖੜੋ। ਮੇਰੀ ਹੀ ਨਿਮਰਤਾ ਸਹਿਤ ਸਾਰਿਆਂ ਨੂੰ ਬੇਨਤੀ ਹੈ ਜੀ। ਥੈਂਕ ਯੂ ਤੁਹਾਡਾ ਇਕਬਾਲ ਸਿੰਘ ਜੀ, ਤੁਸੀਂ ਆਪਣਾ ਸਮਾਂ ਦਿੱਤਾ ਤੇ ਅਸੀਂ ਇਹ ਤੁਹਾਡਾ ਮੈਸੇਜ ਜ਼ਰੂਰ ਪੂਰੀ ਸਿੱਖ ਸੰਗਤ ਦੇ ਸਾਹਮਣੇ ਲੈ ਕੇ ਆਵਾਂਗੇ। ਔਰ ਬਾਕੀ ਸੰਗਤ ਦੇ ਤੇ ਗੁਰੂ ਮਹਾਰਾਜ ਦੇ ਹੱਥ 'ਚ ਆ ਕੀ ਇਹਦਾ ਫੈਸਲਾ ਆਉਂਦਾ ਆ। ਤੇ ਵੈਸੇ ਵੀ ਕਹਿੰਦੇ ਕਿ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਆ। ਜੇ ਤੁਸੀਂ ਇੱਕ ਨੇਕ ਕੰਮ ਦੇ ਲਈ ਅੱਗੇ ਵਧੇ ਸੀ ਤੇ ਉਹ ਵਾਹਿਗੁਰੂ ਸਭ ਜਾਣਦਾ ਆ। ਸੋ ਉਮੀਦ ਕਰਦੇ ਆ ਕਿ ਇਹ ਜਿਹੜਾ ਮਾਮਲਾ ਆ ਕੋਰਟਾਂ ਕਚਹਿਰੀਆਂ 'ਚ ਬੜਾ ਲੰਬਾ ਨਾ ਸਮਾਂ ਜਾਵੇ। ਤੇ ਜੇ ਪ੍ਰਬੰਧਕ ਕਮੇਟੀ ਵੀ ਇਹ ਪ੍ਰੋਗਰਾਮ ਤੱਕ ਪਹੁੰਚ ਕਰਦੀ ਆ, ਦੇਖਦੀ ਆ, ਤੇ ਇਹੀ ਕਵਾਂਗੇ ਕਿ ਉਹ ਵੀ ਆਪਣਾ ਸੁਲਝਿਆ ਹੋਇਆ ਫੈਸਲਾ ਲੈਣ ਸੰਗਤ ਦੇ ਸਹਿਯੋਗ ਦੇ ਨਾਲ। ਜਿੰਨਾ ਵੀ ਥੋੜਾ ਬਹੁਤਾ ਜੋ ਵੀ ਹੁੰਦਾ ਉਸ ਘਰ ਦਾ, ਉਸਨੂੰ ਨਿਬੇੜਨ ਦੀ ਕੋਸ਼ਿਸ਼ ਕਰਨ, ਕਿਉਂਕਿ ਕੋਰਟਾਂ ਕਚਹਿਰੀਆਂ ਦੇ ਵਿੱਚ ਸਾਰੀ ਸਿੱਖ ਕੌਮ ਦੀ ਬਦਨਾਮੀ ਹੁੰਦੀ ਆ। ਪਰ ਧੰਨਵਾਦ ਤੁਹਾਡਾ, ਔਰ ਤੁਸੀਂ ਸਮਾਂ ਦਿੱਤਾ ਸਾਨੂੰ। ਤੇ ਜਰੂਰ ਇਸ ਦੀ ਕੀ ਅਪਡੇਟ ਹੋਈ ਸਾਨੂੰ ਆਉਣ ਵਾਲੇ ਸਮੇਂ 'ਚ ਜਰੂਰ ਦੱਸਿਓ। ਥੈਂਕ ਯੂ ਜੀ ਤੁਹਾਡਾ। ਥੈਂਕ ਯੂ ਭੈਣ ਜੀ, ਮੈਂ ਬਹੁਤ ਧੰਨਵਾਦ ਆਪ ਜੀ ਦਾ, ਆਪ ਜੀ ਨੇ ਗਰੀਬ ਨੂੰ ਨਿਵਾਜਿਆ ਜੀ। ਠੀਕ ਹੈ ਭੈਣ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਇਹ ਸਨ ਜੀ ਸਾਡੇ ਨਾਲ ਇਕਬਾਲ ਸਿੰਘ ਬਰਾੜ, ਜਿਹੜੇ ਕਿ ਸੈਨ ਡਿਏਗੋ USA ਤੋਂ ਸਾਡੇ ਨਾਲ ਗੱਲਬਾਤ ਕਰ ਰਹੇ ਸੀ। ਸੋ ਆਉਣ ਵਾਲੇ ਸਮੇਂ ਦੇ ਵਿੱਚ ਇਸ ਕੇਸ ਦਾ ਕੀ ਹੁੰਦਾ ਆ। ਸਿੱਖ ਸੰਗਤ ਨੂੰ ਚਾਹੀਦਾ ਕਿ ਜੇ ਇਹੋ ਜਿਹਾ ਕੁਝ ਸਾਡੀ ਕੌਮ ਦੇ ਵਿੱਚ, ਸਾਡੇ ਗੁਰੂ ਘਰ ਦੇ ਵਿੱਚ ਆਉਂਦਾ ਹੈਗਾ, ਤੇ ਅਸੀਂ ਰਲ ਕੇ ਸੰਗਤ ਰੂਪੀ ਹੋ ਕੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਬੈਠ ਕੇ ਇਸ ਦਾ ਫੈਸਲਾ ਕਰੀਏ, ਨਾ ਕਿ ਅਸੀਂ ਪੈਸਿਆਂ ਦੀ ਬੇਅਦਬੀ ਜਾਂ ਅਸੀਂ ਆਪਣੀ ਕੌਮ ਨੂੰ ਸ਼ਰਮਸਾਰ ਕਰੀਏ, ਗੁਰਦੁਆਰਿਆਂ ਦੇ ਮਾਮਲਿਆਂ ਨੂੰ ਲੈ ਕੇ ਕੋਰਟਾਂ ਕਚਹਿਰੀਆਂ 'ਚ ਜਾਈਏ। ਸੋ ਇਹਨਾਂ ਗੱਲਾਂ ਤੋਂ ਸਾਨੂੰ ਸੁਚੇਤ ਰਹਿਣਾ ਚਾਹੀਦਾ ਹੈ। ਤੁਸੀਂ ਦੇਖ ਰਹੇ ਹੋ ਖਾਸ ਮੁਲਾਕਾਤ ਬਲਜਿੰਦਰ ਕੌਰ ਦੇ ਨਾਲ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ। ਹੁਣ ਸਮਾਂ ਕਹਿ ਰਿਹਾ ਕਿ ਤੁਹਾਡੇ ਤੋਂ ਇਜਾਜ਼ਤ ਲੈਣੀ ਹੈ। ਖਿਆਲ ਰੱਖਿਓ ਜੀ। ਸਤਿ ਸ਼੍ਰੀ ਅਕਾਲ ਜੀ।